वाहिगुरु जी का खालसा वाहिगुरु जी की फतेह। सुर नर मुन जने अमृत खोज दे सो अमृत गुर ते पाया। अकाल चैनल के स्रोतिओ असी आप जी के सन्मुख हाजिर होए हाँ प्रोग्राम लैके सो अमृत गुर ते पाया। अज इस प्रोग्राम दे विच साडे नाल शमूलीयत कर रहे ने सो पंथ दे मान विद्वान सत्कारयोग ज्ञानी परमजीत सिंह जी फगवाड़े वाले, जिन्हां नूं आप जी प्रोग्राम ते देखदे हो जिथे बाबा पैर तारे। उन्हां दे नाल बैठे मेरे परम प्यारे वीर भाई जगजीत सिंह जी ते उन्हां दे नाल बैठे भाई बलविंदर सिंह जी। सारिआं नूं असीं अकाल चैनल ते जी आया कहंदे होए आ। आप जी तो आग्या मंगदे आ, असीस देवो। आओ सिੱਖੀ ਦਾ सच्चा ते सुच्चा असूल है, प्यार नाल गज के आखो जी वाहिगुरू जी का खालसा वाहिगुरू जी की फतेह। सो जदों तो इस अकाल चैनल की शुरुआत हुई 1 सितंबर 2013 तो श्री अकाल तख्त साहिब जी नूं समर्पित उस टाइम तो लैके जिथे होर गुरमत के प्रचार प्रसार वास्ते प्रोग्राम चल रहे हैं उत्थे प्रोग्राम चलाया गया सो अमृत गुर ते पाया। इस प्रोग्राम द्वारा चलाए हुए तो जो अज अकाल अमृत संचार लहर बन के तकरीबन 18-19 महीनों में तकरीबन 1100 प्राणी गुरु के जज चढ़े। सो इस सारे प्रोग्राम का की लाहा होया अज मीडिया का योग है तो इस चल रहे प्रोग्राम बारे तो मैं अज सत्कारयोग ज्ञानी परमजीत सिंह नाल पुछना चाहांगा। ज्ञानी जी तुसीं की कहना चाहोगे? अज मीडिया का योग है, गुरुद्वारे चो 40-50 बंदिआं नूं असीं प्रचार कर सी जो 44 मुल्कां विच लाइव तो इंटरनेट राਹੀਂ दुनिया ते वेख्या जा रहा है तो जो ये प्रोग्राम विशेष तौर पर हर बंदे नूं ही गुरु वाले बनना चाहिए तो अज मीडिया राਹੀਂ अकाल चैनल राਹੀਂ ये प्रचार होकर इन्नियां संगतां ने अमृत छकिया। तुसीं इहदे बारे की कहना चाहोगे ज्ञानी परमजीत सिंह जी? वाहिगुरू जी का खालसा वाहिगुरू जी की फतेह। भाई साहब जी मैं ये मतलब मन दे विच अपने सोचदा बई कोई समा सी जी जदों संत जरनैल सिंह हुणां ने मोर्चा लाया धर्म युद्ध मोर्चा जिहनूं कहा, ठीक है, ਉਹਦੇ ਵਿੱਚ ਇੱਕ ਇਹ ਵੀ ਮਤਾ ਸੀ ਵੀ ਹਰਮੰਦਰ ਸਾਹਿਬ ਤੋਂ ਲਾਈਵ ਟੈਲੀਕਾਸਟ ਹੋਵੇ। ਹਾਂ ਉਹ ਲਾਈਵ ਟੈਲੀਕਾਸਟ ਹੋਣ ਦਾ ਮਤਲਬ ਹੀ ਇਹ ਸੀ ਵੀ ਜਦੋਂ ਲਾਈਵ ਟੈਲੀਕਾਸਟ ਸੰਗਤਾਂ ਦੇ ਵਿੱਚ ਜਾਊਗਾ तो ਉਹਦੇ ਵਿੱਚ ਸੰਗਤਾਂ ਦੇ ਵਿੱਚ ਪ੍ਰਚਾਰ ਹੋਰ ਹੋਊਗਾ। ਸੰਗਤਾਂ ਘਰ ਬੈਠ ਕਰਕੇ ਰੇਡੀਓ ਰਾਹੀਂ, ਉਦੋਂ ਰੇਡੀਓ ਹੁੰਦੇ ਸੀ ਜ਼ਿਆਦਾ, ਠੀਕ ਹੈ, ਰੇਡੀਓ ਰਾਹੀਂ ਕੀਰਤਨ ਸਰਵਣ ਕਰ ਸਕਣਗੀਆਂ ਜਾਂ ਦਰਬਾਰ ਸਾਹਿਬ ਤੋਂ ਜਿਹੜੀ ਕੋਈ ਵਿਚਾਰ ਹੁੰਦੀ ਉਹ ਸਰਵਣ ਕਰ ਸਕਣਗੀਆਂ। ਤੇ ਅੱਜ ਹੁਣ ਸਮਾਂ ਆ ਗਿਆ ਮੀਡੀਆ ਦਾ, ਟੀਵੀ ਦਾ। ਤੇ ਜੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਉੱਪਰ ਇਹ ਬਖਸ਼ਿਸ਼ ਕੀਤੀ ਆ ਮੀਡੀਆ ਦੀ, ਸਾਡੇ ਚੈਨਲ ਚੱਲ ਰਹੇ ਸਿੱਖ ਚੈਨਲ, ਕਈ ਠੀਕ ਹੈ ਸਿੱਖੀ ਦੇ ਚੈਨਲ ਚੱਲ ਰਹੇ ਆ ਤੇ ਅਕਾਲ ਚੈਨਲ ਜਿਹੜਾ ਬਹੁਤ ਮਹਾਨ ਸੇਵਾ ਕਰ ਰਿਹਾ ਤੇ ਇਹਨਾਂ ਚੈਨਲਾਂ ਦੇ ਰਾਹੀਂ ਅਸੀਂ ਦੁਨੀਆ ਦੇ ਵਿੱਚ ਬਹੁਤ ਵੱਧ ਤੋਂ ਵੱਧ ਪ੍ਰਚਾਰ ਕਰ ਸਕਦੇ ਹਾਂ। ਠੀਕ ਹੈ। ਤੇ ਜਿਹੜਾ ਤੁਸੀਂ ਇਹ ਕਾਰਜ ਆਰੰਭ ਕੀਤਾ ਆ ਪ੍ਰਚਾਰ ਦਾ ਗੁਰਸਿੱਖੀ ਦੇ ਲਈ, ਉਹ ਬੜਾ ਵਧੀਆ ਉਪਰਾਲਾ ਵੀ ਇਥੋਂ ਅੰਮ੍ਰਿਤ ਗੁਰ ਤੇ ਪਾਇਆ ਪ੍ਰੋਗਰਾਮ ਦੇ ਰਾਹੀਂ ਜਾਣਕਾਰੀ ਦੇਣੀ ਤੇ ਬਾਅਦ ਦੇ ਵਿੱਚ ਅੰਮ੍ਰਿਤ ਸੰਚਾਰ ਕਰਨੇ। ਠੀਕ ਹੈ। ਤੇ ਮੈਂ ਸੋਚਦਾ ਬਈ ਜਿੱਥੇ ਇਹ ਇਸੇ ਅਕਾਲ ਚੈਨਲ ਤੇ ਪ੍ਰੋਗਰਾਮ ਹੋ ਰਿਹਾ ਵੀ ਸਾਰੇ ਚੈਨਲਾਂ ਤੇ ਇਹ ਪ੍ਰੋਗਰਾਮ ਇਹੋ ਜਿਹਾ ਕੋਈ ਨਾ ਕੋਈ, ਬੇਸ਼ੱਕ ਇਹਨੂੰ ਥੋੜਾ ਬਦਲਾ ਲਿਆ ਕਰਕੇ ਇਹੋ ਜਿਹੇ ਪ੍ਰੋਗਰਾਮ ਹੋਣੇ ਚਾਹੀਦੇ ਆ ਜਿਹਦੇ ਨਾਲ ਸੰਗਤਾਂ ਦੇ ਵਿੱਚ ਉਤਸ਼ਾਹ ਵਧੇ ਤੇ ਸੰਗਤਾਂ ਹੋਰ ਗੁਰੂ ਵਾਲੇ ਬਣ ਕਰਕੇ ਦੁਨੀਆ ਦੇ ਵਿੱਚ ਜਿਹੜੀ ਸਿੱਖ ਦੀ ਅਸਲੀ ਤਸਵੀਰ ਜਾਂ ਜਿਹਨੂੰ ਰੋਲ ਮਾਡਲ ਕਿਹਾ ਜਾਂਦਾ ਉਹਦੇ ਰੂਪ ਦੇ ਵਿੱਚ ਅਸੀਂ ਦੁਨੀਆ ਦੇ ਵਿੱਚ ਸਿੱਖ ਨੂੰ ਪੇਸ਼ ਕਰ ਸਕੀਏ। ਹੁਣ ਕੱਲ ਸੰਗਤ ਨੇ ਅੰਮ੍ਰਿਤ ਛਕਿਆ ਸੀ, ਹਾਰਟ ਸਪੀਡ ਸੀ ਤੇ ਜਿਨ੍ਹਾਂ ਨੇ ਮੈਨੂੰ ਇੰਡੀਆ ਫੋਨ ਕੀਤਾ, ਵੇਖ ਲਓ ਮਹਾਰਾਜ ਦੀ ਕਿਰਪਾ ਨਾਲ ਅਕਾਲ ਚੈਨਲ ਦੁਆਰਾ ਇੰਡੀਆ ਫੋਨ ਕੀਤਾ ਉਹਨਾਂ ਨੇ। ਵਿਗਿਆਨੀ ਜੀ ਇੱਥੇ ਮੈਨੂੰ ਰੋਜ਼ਾਨਾ ਤਕਰੀਬਨ ਫੋਨ ਆਉਂਦਾ ਹੀ ਰਹਿੰਦੇ ਕੋਈ ਨਾ ਕੋਈ, ਤੇ ਮਹਾਰਾਜ ਦੀ ਕਿਰਪਾ ਨਾਲ ਕੱਲ ਉਹਨਾਂ ਨੇ ਅੰਮ੍ਰਿਤ ਛਕ ਕੇ ਗਏ। ਕਿੰਨਾ ਵੱਡਾ ਸਾਨੂੰ ਸੁੱਖ ਹੋਇਆ ਇਸ ਚੀਜ਼ ਦਾ। ਸੋ ਮੈਂ ਤੁਹਾਡੇ ਵੱਲ ਫੇਰ ਆਉਣਾ, ਤੁਹਾਡੇ ਤੋਂ ਜ਼ਿਆਦਾ ਜਾਣਕਾਰੀ ਲੈਣੀ। ਭਾਈ ਜਗਜੀਤ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ ਚੱਲ ਰਹੇ ਪ੍ਰੋਗਰਾਮ ਬਾਰੇ? ਗੁਰੂ ਸਾਹਿਬ ਦੀ ਬਖਸ਼ਿਸ਼ਾਂ ਨਾਲ ਇਹ ਜ਼ਰੂਰ ਗੁਰੂ ਕੇ ਬਣਨਾ ਚਾਹੀਦਾ ਜ਼ਰੂਰੀ। ਤੁਹਾਨੂੰ ਕਿੰਨਾ ਚਿਰ ਹੋ ਗਿਆ ਅੰਮ੍ਰਿਤ ਛਕਿਆ ਨੂੰ? ਮੈਂ ਬਚਪਨ ਤੋਂ ਹੀ, ਸਾਡੇ ਪਰਿਵਾਰ ਵਿੱਚ ਮੀਟ ਸ਼ਰਾਬ ਨਹੀਂ ਵੜਿਆ। ਨਹੀਂ ਵੜਿਆ, ਬਚਪਨ ਤੋਂ ਹੀ ਅੰਮ੍ਰਿਤ ਛਕਿਆ? ਹਾਂਜੀ, ਛੋਟੇ ਹੁੰਦੇ ਸਾਨੂੰ ਸਾਰਾ ਪਰਿਵਾਰ ਨੇ ਚੂੜਾ ਸਿਖਾਇਆ ਏਡਾ, ਮੰਮੀ ਡੈਡੀ ਉਹਨਾਂ ਨੇ। ਠੀਕ ਹੈ। ਤੇ ਉਤੋਂ ਹੀ ਮਹਾਰਾਜ ਦੀ ਕਿਰਪਾ ਨਾਲ ਬਸ ਇਦਾਂ ਹੀ ਤੁਰੇ ਹੁੰਦੇ। ਫਿਰ ਤੁਸੀਂ ਥੋੜੇ ਵੱਡੇ ਹੋ ਗਏ, ਅੰਮ੍ਰਿਤ ਛਕਿਆ? ਹਾਂਜੀ। ਫਿਰ ਵੱਡੇ। ਤੁਹਾਨੂੰ ਆਪਣੀ ਲਾਈਫ ਕਿਵੇਂ ਲੱਗਦੀ ਹੈ? ਬਸ ਸਾਰਿਆਂ ਨਾਲ ਵੱਖਰੀ ਹੈ ਜੀ। ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਅੰਮ੍ਰਿਤ ਛਕਣ ਬਾਰੇ? ਜ਼ਰੂਰੀ ਛਕਣਾ ਚਾਹੀਦਾ। ਸਿੱਖ ਜਿਹਦੇ ਮਗਰ ਸਿੰਘ ਲੱਗਿਆ ਨਾ ਉਹਨੂੰ ਜ਼ਰੂਰੀ ਅੰਮ੍ਰਿਤ ਛਕਣਾ ਜ਼ਰੂਰੀ। ਸਿੰਘ ਦਾ ਮਤਲਬ ਹੀ ਇਹ ਵੀ ਗੁਰੂ ਦਾ ਪੁੱਤਰ ਹੈ, ਗੁਰੂ ਦਾ ਪੁੱਤਰ। ਤੁਸੀਂ ਦੇਖਦੇ ਆ ਦਾੜੀਆਂ ਕਾਲੀਆਂ ਕੀਤੀਆਂ ਤੇ ਉਹਨਾਂ ਕੀ ਸੂਰਤ ਸਮਝ ਨਹੀਂ ਆਉਂਦੀ, ਕੀ ਨਹੀਂ ਕਰਨੀਆਂ ਚਾਹੀਦੀਆਂ, ਗੁਰੂ ਦਾ ਹੁਕਮ ਨਹੀਂ, ਕੀ ਦੱਸਣਾ ਚਾਹੁੰਦੇ ਸਮਝ ਨਹੀਂ ਆਉਂਦੀ। ਪੱਗ ਸਿਰ ਤੇ ਬੰਨੀ ਆ, ਦਾੜੀ ਕੱਟੀ, ਇਹ ਕੀ ਆ?
ਰੋਂਗ ਇਹ ਸਹੀ ਚੀਜ਼ ਤਾਂ ਗੁਰੂ ਦਾ ਅੰਮ੍ਰਿਤ ਛਕਣਾ ਬਹੁਤ ਜ਼ਰੂਰੀ ਆ ਸਿੱਖ ਲਈ ਸਿੱਖ ਦੀ ਨਿਸ਼ਾਨੀ ਪਹਿਲੀ ਰਹਿਤ ਹੀ ਇਹ ਆ ਤੇ ਪੁਰਾਣੇ ਸਮੇਂ ਵਿੱਚ ਸੁਣਦੇ ਆ ਸਿਆਣਿਆਂ ਕੋ ਇਹ ਗੱਲਾਂ ਆਮ ਵੀ ਟ੍ਰੇਨ ਵਿੱਚ ਸਫ਼ਰ ਕਰਦੇ ਹੁੰਦੇ ਸੀ ਤੇ ਕਹਿੰਦੇ ਵੀ ਇਹ ਚ ਪੁਲਿਸ ਵਾਲਾ ਉਤਰ ਜਾਂਦਾ ਸੀ ਬਈ ਇਹ ਚ ਲੋੜ ਨਹੀਂ ਕਿ ਸਿੱਖ ਬੈਠਾ ਹੈ ਠੀਕ ਹੈ ਤੇ ਅੱਜ ਕੱਲ ਕਹਿੰਦੇ ਉਹ ਗਾਣੇ ਦੇ ਲੋ ਤੁਸੀਂ ਪੁੱਠੇ ਸਿੱਧੇ ਆ ਰਹੇ ਕਹਿੰਦੇ ਪੱਗਾਂ ਵਾਲਿਆ ਤੇ ਇਹ ਤੋਂ ਉਹ ਕਿੱਥੇ ਜਾਂਦਾ ਨਹੀਂ ਉਹ ਤਾਂ ਪੱਗਾਂ ਵਾਲੇ ਤਾਂ ਉਹ ਗਾਉਣ ਵਾਲਿਆਂ ਦੇ ਨਾਲ ਤਾਂ ਨਹੀਂ ਮਾੜੇ ਹੁੰਦੇ ਤਾਂ ਆਪ ਮਾੜੇ ਆ ਨਾ ਹਾਂਜੀ ਹਾਂਜੀ ਬਸ ਨਹੀਂ ਚਲੋ ਮੈਂ ਤੁਹਾਡੇ ਕੋਲ ਫੇਰ ਆਉਣਾ ਭਾਈ ਬਲਵਿੰਦਰ ਸਿੰਘ ਜੀ ਤੁਹਾਨੂੰ ਕਿੰਨਾ ਚਿਰ ਹੋ ਗਿਆ ਅੰਮ੍ਰਿਤ ਛਕਿਆ ਨੂੰ ਜੀ ਮੈਨੂੰ ਸਾਲ ਹੋ ਗਿਆ ਜੀ ਸਾਲ ਹੋ ਗਿਆ ਹਾਂਜੀ 1 ਸਾਲ ਹੋ ਗਿਆ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਆਇਆ ਨੂੰ ਇੱਥੇ ਇੰਡੀਆ ਤੋਂ ਮੈਂ ਆਇਆ ਸੀ 2010 ਤੇ ਜਦੋਂ ਇੰਡੀਆ ਤੋਂ ਆਏ ਸੀ ਉਦੋਂ ਤੁਸੀਂ ਕਿਵੇਂ ਸੀਗੇ ਉਦੋਂ ਤਾਂ ਜੀ ਕਲੀਨ ਸ਼ੇਵ ਅੱਛਾ ਇੱਥੇ ਆ ਕੇ ਫਿਰ ਤੁਹਾਨੂੰ ਕਿਵੇਂ ਜਾਗ ਲੱਗੀ ਇੱਥੇ ਆ ਕੇ ਜੀ ਬਸ ਤੇ ਗੁਰਸਿੱਖਾਂ ਦੀ ਸੰਗਤ ਕਰਨ ਕਰਕੇ ਤੇ ਮੋਸਟ ਆਫ ਟਾਈਮ ਜਿੱਦਾਂ ਪਹਿਲਾਂ ਆਪਾਂ ਕੰਮ ਤੇ ਹੁੰਨੇ ਆ ਨਾ ਇੱਥੇ ਜ਼ਿਆਦਾਤਰ ਬੱਚੇ ਕੀ ਆ ਕੇ ਕੰਮ ਕੀਤਾ ਤੁਸੀਂ ਹੁੰਦੇ ਆ ਪਹਿਲਾਂ ਸੀ ਮੈਂ ਕੰਮ ਕਰਦਾ ਜੀ ਆਫ ਲਾਇਸੈਂਸ ਸ਼ਾਪ ਦੇ ਉੱਤੇ ਅੱਛਾ ਫਿਰ ਜਦੋਂ ਅੰਮ੍ਰਿਤ ਛਕ ਲਿਆ ਉਹ ਤੋਂ ਬਾਅਦ ਫਿਰ ਨਹੀਂ ਫਿਰ ਛੱਡ ਦਿੱਤਾ ਕੰਮ ਕੀ ਜਿਨ੍ਹਾਂ ਦਾ ਅੰਮ੍ਰਿਤ ਛਕਿਆ ਉਹਨਾਂ ਨੂੰ ਤਾਂ ਕੰਮ ਕਰਨਾ ਚਾਹੀਦਾ ਕਿ ਨਹੀਂ ਨਹੀਂ ਉਹ ਮਤਲਬ ਗੁਰੂ ਸਿਧਾਂਤਾਂ ਦੇ ਬਿਲਕੁਲ ਅਨੁਕੂਲ ਨਹੀਂ ਪਰ ਜਿਹੜੇ ਕਰਦੇ ਨੇ ਉਹਨਾਂ ਨੂੰ ਕੀ ਕਹੋਗੇ ਉਹਨਾਂ ਨੂੰ ਇਹ ਕਹਿਣਾ ਚਾਹਾਂਗਾ ਜੀ ਵੀ ਜਿਹੜਾ ਕੰਮ ਤੁਸੀਂ ਹੁਣ ਕਰ ਰਹੇ ਹੋ ਕਿਉਂਕਿ ਕੰਮ ਕਰਦਾ ਬੰਦਾ ਆਮਦਨੀ ਲਈ ਦੀ ਕਰੋ ਕਿਉਂਕਿ ਜੇ ਪਰ ਅੰਮ੍ਰਿਤਧਾਰੀ ਨੂੰ ਨਹੀਂ ਕਰਨਾ ਚਾਹੀਦਾ ਅੰਮ੍ਰਿਤਧਾਰੀ ਨੂੰ ਨਹੀਂ ਕਰਨਾ ਚਾਹੀਦਾ ਜਿਹਦੇ ਕਕਾਰ ਪਾਏ ਆ ਹਾਂਜੀ ਉਹ ਬੰਦਾ ਉੱਤੇ ਸੋਭਦਾ ਨਹੀਂ ਹੈਗਾ ਨਹੀਂ ਕਰਨਾ ਚਾਹੀਦਾ ਠੀਕ ਹੈ ਨਾ ਕਿਉਂਕਿ ਉਹ ਗੱਲ ਤੁਹਾਡੇ ਤੇ ਨਹੀਂ ਆਏਗੀ ਗੱਲ ਜਾਏਗੀ ਗੁਰੂ ਦੇ ਉੱਤੇ ਗੁਰੂ ਤੇ ਹਾਂ ਵੀ ਜਿਹੜਾ ਕੜਾ ਨੇ ਸਾਨੂੰ ਸਿੱਖਿਆ ਦਿੱਤੀ ਧਰਮ ਦੀ ਕਰਤ ਕਰਨੀ ਹਾਂਜੀ ਤੇ ਉਹ ਕਰਦਾ ਕੀ ਤੁਹਾਨੂੰ ਕੋਈ ਅੰਮ੍ਰਿਤ ਛਕ ਕੇ ਉਹ ਵੀ ਉਥੋਂ ਕੰਮ ਛੱਡਿਆ ਹੋਰ ਭਾਲਿਆ ਕੋਈ ਦਿੱਕਤ ਤਾਂ ਨਹੀਂ ਆਈ ਕਿਸੇ ਵੀ ਚੀਜ਼ ਦਾ ਘਾਟਾ ਨਹੀਂ ਪਿਆ ਜੀ ਨਹੀਂ ਘਾਟਾ ਪਿਆ ਨਹੀਂ ਤੁਸੀਂ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਬਹੁਤ ਆਨੰਦ ਮੰਗਲ ਹੈ ਜੀ ਮੈਂ ਸੰਗਤਾਂ ਨੂੰ ਕਹਿਣਾ ਚਾਹਾਂਗਾ ਕਿ ਉਹ ਕੰਮ ਕਰਨ ਜਿਹੜਾ ਸਾਨੂੰ ਗੁਰੂ ਦੇ ਲੜ 'ਚ ਲਾ ਕੇ ਰੱਖੇ ਕਿਉਂਕਿ ਧਰਮ ਦੀ ਕਿਰਤ ਹੀ ਕਰਨ ਧਰਮ ਦੀ ਕਿਰਤ ਤੇ ਅੰਮ੍ਰਿਤ ਛਕਣਾ ਜ਼ਰੂਰੀ ਹੈ ਅੰਮ੍ਰਿਤ ਛਕਣਾ ਤੇ ਬਹੁਤ ਜ਼ਰੂਰੀ ਹੈ ਕਿ ਠੀਕ ਹੈ ਤੁਸੀਂ ਕਿੰਨੇ ਸੋਹਣੇ ਲੱਗਦੇ ਹੋ ਠੀਕ ਹੈ ਨਾ ਗੁਰੂ ਦਾ ਸਰੂਪ ਹੈ ਭਾਈ ਪਰਮਜੀਤ ਸਿੰਘ ਜੀ ਸਿੱਖ ਵਾਸਤੇ ਅੰਮ੍ਰਿਤ ਛਕਣਾ ਕਿੰਨਾ ਕੁ ਜ਼ਰੂਰੀ ਹੈ ਜਿੰਨੇ ਕ ਮੇਰੇ ਖਿਆਲ ਸਵਾਸ ਲੈਣੇ ਜ਼ਰੂਰੀ ਆ ਉਹਨਾਂ ਕੀ ਅੰਮ੍ਰਿਤ ਛਕਣਾ ਜ਼ਰੂਰੀ ਆ ਉਹਨਾਂ ਅੰਮ੍ਰਿਤ ਛਕਣਾ ਜ਼ਰੂਰੀ ਹੈ ਠੀਕ ਹੈ ਨਾ ਜੀ ਜੇ ਗੁਰਸਿੱਖ ਸਵਾਸ ਲੈਂਦਾ ਉਹ ਵੀ ਬੇਅਮਰਤੀਆ ਜਾਂ ਰਹਿਤ ਤੋਂ ਬਗੈਰ ਗੁਰੂ ਸਾਹਿਬ ਦਾ ਗੁਰੂ ਦਾ ਸਿੱਖ ਬਣੇ ਤੋਂ ਬਗੈਰ ਤੇ ਮੈਂ ਕਹਿੰਦਾ ਉਹਦੇ ਸਵਾਸ ਬੇਅਰਥ ਹੀ ਜਾਂਦੇ ਆ ਨਹੀਂ ਹੁਣ ਹਰ ਬੰਦਾ ਕਹਿੰਦਾ ਮੈਂ ਕਿਹੜਾ ਘਾਟਾ ਮੇਰੀ ਸਿੱਖ ਦੀ ਡੈਫੀਨੇਸ਼ਨ ਕੀ ਹੈ ਸਿੱਖ ਕਿਹੋ ਜਿਹਾ ਹੋਣਾ ਜਿਹਦੇ ਨਾਲ ਸਿੱਖ ਲੱਗਦਾ ਹਰ ਬੰਦਾ ਸਿੱਖੀ ਸਿੱਖਿਆ ਗੁਰ ਵਿਚਾਰ ਗੁਰੂ ਦੀ ਵਿਚਾਰ ਤਾਂ ਇਹ ਕਹਿੰਦੀ ਆ ਗੁਰੂ ਸਾਹਿਬ ਤਾਂ ਜ਼ਰੂਰੀ ਬਖਸ਼ਿਸ਼ ਕਰਦੇ ਕਹਿੰਦੇ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸਕਾ ਚੇਰਾ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ ਜੇ ਇੰਨੀ ਗੱਲ ਨੂੰ ਸਮਝ ਲੈ ਨਾ ਮਹਾਰਾਜ ਕਹਿੰਦੇ ਰਹਿਤ ਪਿਆਰੀ ਆ ਮੈਨੂੰ ਸਿੱਖ ਨਹੀਂ ਪਿਆਰਾ ਸਿੱਖ ਤਾਂ ਸਾਰੇ ਕਹੀ ਜਾਂਦੇ ਮੈਂ ਗੁਰੂ ਦਾ ਸਿੱਖ ਆ ਮਾੜਾ ਜਿਹਾ ਖੋਲ ਕੇ ਦੱਸ ਦਿਓ ਕਿਹੜੀ ਰਹਿਣੀ ਹੈ ਕਿਹੜੀ ਰਹਿਤ ਹੈ ਹਰ ਬੰਦਾ ਕਹਿੰਦਾ ਮੈਂ ਵੀ ਸਿੱਖ ਹਾਂ ਨਹੀਂ ਉਹ ਰਹਿਤ ਜਿਹੜੀ ਆ ਨਾ ਉਹ ਤਾਂ ਅੰਮ੍ਰਿਤ ਛਕਣ ਦੇ ਨਾਲ ਹੀ ਆਰੰਭਤਾ ਹੁੰਦੀ ਰਹਿਤ ਦੀ ਅੱਛਾ ਜੀ ਹਾਂ ਪਹਿਲੋਂ ਰਹਿਤ ਵਾਲੀ ਉਦਾਂ 100 ਵਾਰੀ ਰਹਿਤਾ ਰੱਖੀ ਜਾਓ ਜੇ ਸਕੂਲ ਦੇ ਵਿੱਚ ਦਾਖਲਾ ਹੀ ਨਹੀਂ ਲਿਆ ਬਾਹਰ ਪੜ੍ਹੀ ਜਾਓ ਜਿੰਨਾ ਮਰਜ਼ੀ ਸਰਟੀਫਿਕੇਟ ਤਾਂ ਹੀ ਮਿਲਣਾ ਪਾਸ ਦੀ ਡਿਗਰੀ ਤੇ ਅਗਲੀਆਂ ਪੰਕਤੀਆਂ ਵੀ ਇਹਨੇ ਨਾ ਪ੍ਰਥਮ ਰਹਿਤ ਇਹ ਹੈ ਜਾਨ ਹਾਂਜੀ ਸਭ ਤੋਂ ਪਹਿਲੀ ਰਹਿਤ ਇਹ ਜਾਣਨਾ ਕਰੋ ਖੰਡੇ ਕੀ ਪੌਲ ਛਕਿਆ ਖੰਡੇ ਕੀ ਪੌਲ ਛਕਿਆ ਹਾਂਜੀ ਠੀਕ ਹੈ ਤੇ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਰਹਿਤ ਦੀ ਮੈਂ ਵੀ ਇਸੇ ਕਰਕੇ ਨਾ ਰਹਿਤ ਦੀ ਆਰੰਭਤਾ ਹੀ ਅੰਮ੍ਰਿਤ ਛਕਣ ਤੋਂ ਹੁੰਦੀ ਆ ਪ੍ਰਥਮ ਰਹਿਤ ਇਹੀ ਹੈ ਜਾਨ ਹਨਾ ਇੱਥੋਂ ਆਰੰਭਤਾ ਹੁੰਦੀ ਹੈ ਬਾਅਦ ਦੇ ਵਿੱਚ ਤਾਂ ਫਿਰ ਜਦੋਂ ਇੱਥੇ ਦਾਖਲਾ ਲੈ ਲਿਆ ਨਾ ਫੇਰ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਸਿਰ ਤੇ ਹੱਥ ਰੱਖ ਕਰਕੇ ਆਪੇ ਰਹਿਤਾਂ ਪੂਰੀਆਂ ਕਰਾਈ ਜਾਂਦੇ ਵਾਹ ਜੀ ਵਾਹ ਹਨਾ ਕਈ ਬੰਦੇ ਇਹ ਗੱਲ ਪਰਮਜੀਤ ਸਿੰਘ ਜੀ ਕਹਿੰਦੇ ਆ ਵੀ ਜੇ ਅੰਮ੍ਰਿਤ ਛਕ ਲਿਆ ਸਾਤੋਂ ਰਹਿਤ ਨਹੀਂ ਰਹਿਣੀ ਸਾਡੇ ਤੋਂ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਣਾ ਤੇ ਇਸ ਬਾਰੇ ਕੀ ਕਹੋਗੇ ਤੇ ਉਦੋਂ ਤਾਂ ਫਿਰ ਜਦੋਂ ਮਾਤਾ ਦੇ ਗਰਭ ਸੀ ਉਦੋਂ ਵੀ ਇਹ ਸੋਚਦਾ ਸੀ ਜੇ ਮੈਨੂੰ ਜਨਮ ਮਿਲ ਗਿਆ ਤਾਂ ਜੀ ਨਹੀਂ ਸਕਣਾ ਤੇ ਜੀਵਦਾ ਕਿ ਨਹੀਂ ਉੱਥੇ ਠੀਕ ਹੈ ਬੰਦਾ ਕੋਈ ਮਤਲਬ ਆਪਣਾ ਚੜ੍ਹਾਈ ਕਰ ਜਵੇ ਜਿਹਦੇ ਨਾਲ ਬਹੁਤ ਜ਼ਿਆਦਾ ਅੱਤ ਦਾ ਪਿਆਰ ਹੋਵੇ ਉਦੋਂ ਸਾਰੇ ਕਹਿੰਦੇ ਵੀ ਤੂੰ ਮਰ ਗਿਆ ਹੁਣ ਤਾਂ ਮੈਂ ਬਚ ਨਹੀਂ ਸਕਦਾ ਤੇਰੇ ਤੋਂ ਬਗੈਰ ਜਾਂ ਵਿਦੇਸ਼ ਹੀ ਚੱਲ ਜਵੇ ਬਹੁਤ ਮੁਸ਼ਕਿਲ ਆ ਰਹਿੰਦਾ ਹੀ ਆ ਫਿਰ ਵੀ ਰਹਿਤ ਰੱਖਣੀ ਇਹ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੈਗੀ ਰਹਿਤ ਤਾਂ ਤੂੰ ਇੱਕ ਕਦਮ ਤਾਂ ਚੱਲ ਕੇ ਦੇਖ ਗੁਰੂ ਵੱਲ ਨੂੰ ਮਹਾਰਾਜ ਨੇ ਆਪੇ ਹੀ ਰਹਿਤ ਰਖਵਾ ਲੈਣੀ ਤੇ ਤੋਂ ਆ ਬਲਵਿੰਦਰ ਸਿੰਘ ਵਾਲੇ ਵੇਖ ਲਓ ਹਾਂਜੀ ਮਹਾਰਾਜ ਆਪੇ ਹੀ ਕਿਰਪਾ ਕਰਦੇ ਆ ਮਹਾਰਾਜ ਨੇ ਰਖਵਾ ਲੈਣੀ ਰਹਿਤ ਸੱਚੇ ਪਾਤਸ਼ਾਹ ਨੇ ਤੈਨੂੰ ਸਾਰਾ ਚੰਗਾ ਮਾਰਗ ਦਿਖਾਉਣਾ ਆ ਰਸਤਾ ਵਧੀਆ ਤੁਸੀਂ ਨਹੀਂ ਰੱਖਣਾ ਅੰਮ੍ਰਿਤ ਨੇ ਤੁਹਾਨੂੰ ਰੱਖਣਾ ਰਹਿਤ ਗੁਰੂ ਦੀ ਗੁਰੂ ਨੇ ਰਖਾਉਣੀ ਅੰਮ੍ਰਿਤ ਛੋਟੀ ਜੀ ਚੀਜ਼ ਨਹੀਂ ਜਿਹੜੀ ਟੁੱਟ ਜਾਂਦੀ ਹੈ ਅਸੀਂ ਟੁੱਟਦੇ ਅੰਮ੍ਰਿਤ ਟੁੱਟਣ ਵਾਲੀ ਚੀਜ਼ ਨਹੀਂ ਉਹ ਟੁੱਟਣੇ ਵਾਲੀ ਕੋਈ ਹਾਂਜੀ ਅੰਮ੍ਰਿਤ ਤਾਂ ਜਦੋਂ ਇੱਕ ਵਾਰੀ ਬੰਦਾ ਛਕ ਲੈਂਦਾ ਨਾ ਉਹ ਦਾਤ ਅੰਦਰ ਚਲ ਜਾਂਦੀ ਆ ਉਹ ਅੰਦਰੋਂ ਥੋੜੋ ਨਿਕਲਦੀ ਆ ਬੇਸ਼ੱਕ ਵਈ ਕਹਿ ਦੇਵੇ ਜੀ ਰਹਿਤ ਮੇਰੀ ਟੁੱਟ ਗਈ ਅੰਮ੍ਰਿਤ ਤਾਂ ਤੇਰੇ ਅੰਦਰ ਆ
ਅੰਦਰ ਚਲੇ ਗਿਆ, ਉਹ ਬਾਹਰ ਥੋੜੋ ਕੱਢ ਸਕੇਗਾ। ਠੀਕ ਆ, ਉਹ ਜਿਹੜੀ ਤੁਸੀਂ ਕੁਰੈਤਾਂ ਕਰਦੇ ਹੋ ਮਾੜੀਆਂ ਹੈ ਨਾ, ਆਦਤਾਂ ਤੋਂ ਬਾਜ਼ ਨਹੀਂ ਆਉਂਦੇ, ਉਹਨਾਂ ਨੂੰ ਛੱਡਣਾ ਜ਼ਰੂਰੀ ਆ। ਸਾਡੇ ਵੱਸ ਦੀ ਗੱਲ ਆ, ਕਿਹੜਾ ਕਰਮ ਹੈ ਜਿਹੜਾ ਨਹੀਂ ਛੱਡਿਆ ਜਾ ਸਕਦਾ। ਪਹਿਲੋਂ ਤਾਂ ਮੈਂ ਕਹਿੰਦਾ ਵੀ ਗੁਰਸਿੱਖ ਜਦੋਂ ਅੰਮ੍ਰਿਤ ਛਕ ਲਵੇ ਜਾਂ ਅੰਮ੍ਰਿਤ ਛਕਣ ਤੋਂ ਪਹਿਲਾਂ ਹੀ ਮੈਂ ਵਚਨ ਕਰਦਾ ਹੁੰਦਾ ਵੀ ਸੱਚ ਬੋਲਣਾ ਆਰੰਭ ਕਰ ਦੇਵੇ। ਜਦੋਂ ਸੱਚ ਬੋਲਣਾ ਆਰੰਭ ਕਰਤਾ, ਕੋਈ ਇਹੋ ਜਿਹੀ ਰਹਿਤ ਨਹੀਂ ਜਿਹੜੀ ਰਹਿਤ ਨਾ ਰੱਖੀ ਜਾ ਸਕੇ। ਜੇ ਹੁਣ ਮੰਨ ਲਓ ਮੈਨੂੰ ਤੁਸੀਂ ਪੁੱਛੋ ਬਈ ਤੁਸੀਂ ਪਰਮਜੀਤ ਸਿੰਘ ਜੀ ਸਵੇਰ ਦਾ ਕਿੰਨੇ ਕੁ ਗੁਰੂ ਸਾਹਿਬ ਦੀ ਬਾਣੀ ਪੜ੍ਹੀ ਆ, ਜੇ ਮੈਂ ਉਹ ਸੱਚ ਬੋਲ ਕੇ ਦੱਸਾਂ ਵੀ ਮੈਂ ਆਹ ਪੜ੍ਹੀ ਆ, ਤੇ ਜੇ ਮੈਂ ਝੂਠੀ ਬੋਲੀ ਜਾਵਾਂ ਪੜ੍ਹੀ ਨਾ ਹੋਵੇ, ਤੇ ਫਿਰ ਉਹ ਰਹਿਤ ਕਾਹਦੀ ਰਹਿ ਗਈ। ਪਹਿਲੋਂ ਸੱਚ ਦੀ ਪਕੜ ਕਰੇ। ਠੀਕ ਹੈ, ਸੱਚ ਦੀ ਪਕੜ ਦੇ ਨਾਲ ਮਹਾਰਾਜ ਆਪੇ ਬਖਸ਼ਿਸ਼ ਕਰਨਗੇ, ਕਿਉਂਕਿ ਮਹਾਰਾਜ ਸੱਚ ਸਰੂਪ ਆ। ਠੀਕ ਹੈ, ਤੇ ਉਹ ਸੱਚ ਸਰੂਪ ਮਹਾਰਾਜ ਆਪੇ ਹੀ ਇਹਦੇ ਉੱਤੇ ਇੰਨੀ ਬਖਸ਼ਿਸ਼ ਕਰ ਦਿੰਦੇ, ਰਹਿਤ ਨੂੰ ਪਕੜ ਕਰ ਲੈਂਦਾ, ਨਾਲ ਹੀ ਰਹਿਤ ਦੇ ਨਾਲ ਹੀ ਤੁਰਿਆ ਜਾਂਦਾ। ਜਿੱਦਾਂ ਜਿੱਦਾਂ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੋਈ ਜਾਂਦਾ, ਉਹਦੇ ਤੁਰਿਆ ਜਾਂਦਾ। ਠੀਕ ਹੈ। ਤੇ ਭਾਈ ਜਗਜੀਤ ਸਿੰਘ ਜੀ, ਤੁਸੀਂ ਹੋਰ ਕੀ ਕਹਿਣਾ ਚਾਹੋਗੇ? ਸਿੱਖ ਨੂੰ ਕੀ ਕਰਨਾ ਚਾਹੀਦਾ ਅੰਮ੍ਰਿਤ ਛਕ ਕੇ? ਸਹੀ ਗੱਲ ਭਾਜੀ, ਹੁਣ ਜਿੱਦਾਂ ਗੱਲ ਕੀਤੀ ਵੀ ਮਤਲਬ ਕਿ ਸੱਚਾਈ ਸੱਚ ਤੇ ਰਹਿਣਾ ਬਹੁਤ ਜ਼ਰੂਰੀ ਆ। ਨਹੀਂ ਕੀ ਉਹ ਅਗਲਾ ਕਹਿੰਦਾ ਨਾ ਮੈਂ ਕੀ ਕਰਾਂ, ਕਿੰਨਾ ਕੁ ਅੰਮ੍ਰਿਤ ਵੇਲੇ ਉੱਠਣਾ ਜ਼ਰੂਰੀ, ਕੋਈ ਅੰਮ੍ਰਿਤ ਵੇਲੇ ਬਾਰੇ ਆਪਾਂ ਗੱਲ ਕਰ ਲਈਏ, ਕਿੰਨਾ ਜ਼ਰੂਰੀ, ਕੀ ਕਹੋਗੇ? ਇਹ ਬਾਣੀ ਗੁਰੂ ਮਹਾਰਾਜ ਦੀ ਪੜ੍ਹਨੀ ਬਹੁਤ ਜ਼ਰੂਰੀ ਆ। ਜੇ ਅੰਮ੍ਰਿਤ ਰਹਿਤ ਵਿੱਚ ਆਵਾਂਗੇ ਤੇ ਸਾਰਾ ਕੁਝ ਤੁਰਿਆ ਹੀ ਹੋਣਾ। ਪਈ ਬੰਦੇ ਨੇ ਆਪਣੇ ਬਸ ਦੀ ਥੋੜੀ ਵੀ ਮੈਂ ਰਹਿਤ ਰੱਖਣੀ ਆ, ਮਹਾਰਾਜ ਨੇ ਆਪ ਹੀ ਕਿਰਪਾ ਕਰ ਦੇਣੀ। ਤੂੰ ਮਹਾਰਾਜ ਕਹਿੰਦੇ ਚਰਨ ਸ਼ਰਨ ਗੁਰ ਇੱਕ ਪੈਂਡਾ ਜਾਏ ਚੱਲ। ਜੇ ਮਹਾਰਾਜ ਵਾਨੂੰ ਇੱਕ ਪੈਰ ਚੱਲਾਂਗੇ, ਮਹਾਰਾਜ ਅੱਗੇ ਹੋ ਕੇ ਕੋਟ ਪੈਂਡਾ ਅੱਗੇ ਹੋਏ ਲੇਦਾ, ਤੇ ਮਹਾਰਾਜ ਨੇ ਆਪ ਹੱਥ ਫੜ ਲੈਣਾ ਤੇਰਾ। ਤੂੰ ਇੱਕ ਵਾਰੀ ਮਹਾਰਾਜ ਕਹਿੰਦੇ ਤੂੰ ਉੱਠ ਤਾਂ ਸਹੀ, ਤੇ ਮਹਾਰਾਜ ਦਾ ਆਪ ਹੋ ਕੇ ਮਿਲੂਗੇ। ਉਹ ਘਾਟਾ ਨਹੀਂ ਕੋਈ, ਇਹਦੇ ਵਿੱਚ ਫਾਇਦਾ ਹੀ ਨੁਕਸਾਨ ਨਹੀਂਗਾ, ਫਾਇਦਾ ਹੀ ਫਾਇਦਾ ਹੈ ਇਹਦੇ ਵਿੱਚ। ਮਹਾਰਾਜ ਕਿਰਪਾ ਇੰਨੀ ਕਰਦਾ ਤੇ ਬਖਸ਼ਿਸ਼ਾਂ ਹੀ ਬਹੁਤ ਹੁੰਦੀਆਂ। ਤੁਸੀਂ ਦੇਖ ਹੀ ਰਹੇ ਬਲਵਿੰਦਰ ਸਿੰਘ ਬੰਨਾ, ਉਹ ਕਹਿੰਦਾ ਵੀ ਮੈਂ ਕੰਮ ਛੱਡਿਆ ਤੇ ਮੈਨੂੰ ਘਾਟ ਥੋੜੀ ਹੋਈ। ਇਹ ਪ੍ਰਤੱਖ ਨਾਲ ਬੈਠਾ ਦੇਖ ਲਓ ਜੀ। ਤੇ ਮਹਾਰਾਜ ਦਾ ਬਖਸ਼ਿਸ਼ਾਂ ਹੀ ਕਰਦਾ। ਇਹ ਬੰਦੇ ਦੇ ਐਵੇਂ ਆਪਣੇ ਟਟਵਾਂਜ ਬਣਾਏ ਹੋਏ ਆ, ਮੇਰੇ ਤੋਂ ਰੱਖਿਆ ਜਿਹੜਾ ਅੰਦਰ ਮਾੜਾ ਨਾ, ਅੰਦਰ ਚੱਲਦਾ ਨਹੀਂ, ਅੰਦਰ ਮਾੜਾ, ਤੇ ਉਹ ਯਕੀਨ ਨਹੀਂ ਹੈਗਾ। ਇਹ ਤਾਂ ਕਹਿੰਦੇ ਭਾਂਡਾ ਜਿਹੜਾ ਹੁਣ ਦੁੱਧ ਨਾਲ ਚੱਲਣ ਵਾਲਾ ਹੋਊ, ਉਹ ਚ ਖਰਾਬ ਹੀ ਹੋਣਾ। ਤੇ ਭਾਂਡਾ ਸਾਫ਼ ਕਰਨਾ ਪੈਣਾ, ਭਾਂਡੇ ਨੂੰ ਸਾਫ਼ ਰੱਖ, ਤੂੰ ਸੱਚ ਦੇ ਨਾਲ ਜੋੜ। ਠੀਕ ਹੈ, ਮਹਾਰਾਜ ਨੇ ਆਪੇ ਹੀ ਉਹਦੇ ਵਿੱਚ ਧੂਪ ਦੇਵੋ ਤਾਂ ਦੂਤੇ ਕੋ ਜਾਓ। ਤੁਸੀਂ ਬਲਵਿੰਦਰ ਸਿੰਘ ਜੀ, ਸੰਗਤਾਂ ਸੁਣ ਰਹੀਆਂ, ਤੁਹਾਨੂੰ ਜੋ ਖੁਸ਼ੀ ਮਿਲੀ ਹੈ, ਜੋ ਆਨੰਦ ਮਿਲਿਆ ਅੰਮ੍ਰਿਤ ਛਕ ਕੇ, ਤੁਸੀਂ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ? ਕਿੰਨਾ ਕੁ ਜ਼ਰੂਰੀ ਅੰਮ੍ਰਿਤ ਛਕਣਾ? ਅੰਮ੍ਰਿਤ ਹਰੇਕ ਸਿੱਖ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਜਿਵੇਂ ਹੁਣ ਆਪਾਂ ਪੜ੍ਹਾਈ ਕਰੀ ਜਾਈਏ, ਅੱਜ ਕੱਲ੍ਹ ਆਪਾਂ ਪੜ੍ਹਾਈ ਕਰਦੇ ਹਾਂ, ਉੱਦਾਂ ਆਪਾਂ ਯੂਨੀਵਰਸਿਟੀ ਨਾ ਜਾਈਏ, ਪੜ੍ਹਾਈ ਕਰੀ ਜਾਈਏ ਵੀ ਹਾਂ ਵੀ ਬੰਦਾ ਬਹੁਤ ਪੜ੍ਹ ਗਿਆ ਤੇ ਉੱਥੋਂ ਸਰਟੀਫਿਕੇਟ ਕੋਈ ਲਈਏ ਨਾ, ਤੇ ਆਪਾਂ ਸੁਸਾਇਟੀ ਦੇ ਵਿੱਚ ਉਹ ਪੜ੍ਹਾਈ ਕਰਦੇ। ਤੁਹਾਡਾ ਕਹਿਣ ਦਾ ਮਤਲਬ ਵੀ ਅੰਮ੍ਰਿਤ ਛਕ ਕੇ ਤੇ ਇੱਕ ਸਾਨੂੰ ਦਾਖਲਾ ਮਿਲ ਜਾਣਾ ਗੁਰੂ ਨਾਨਕ ਦੇ ਘਰ, ਹੈ ਪੜ੍ਹਾਈ ਕਰਨੀ ਤਾਂ ਫਿਰ ਬਾਕੀ ਹੈ ਨਾ। ਹਾਂ, ਉਹ ਦਾਖਲਾ ਲੈਣਾ, ਉਹ ਯੂਨੀਵਰਸਿਟੀ ਦੇ ਵਿੱਚ ਦਾਖਲਾ ਲੈਣਾ ਬਹੁਤ ਜ਼ਰੂਰੀ ਹੈ। ਠੀਕ ਹੈ, ਜਿੱਥੋਂ ਦੀ ਤੁਸੀਂ ਪੜ੍ਹਾਈ ਕਰਨੀ ਹੈ, ਜਿੱਥੋਂ ਤੁਸੀਂ ਤੁਹਾਨੂੰ ਮਾਰਕਾ ਸਰਟੀਫਿਕੇਟ ਤੁਹਾਨੂੰ ਚਾਹੀਦਾ। ਠੀਕ ਹੈ, ਠੀਕ ਹੈ। ਮੈਂ ਤੇ ਉਹ ਜ਼ਰੂਰ ਸਮਝਾਂਗਾ। ਗੁਰਸਿੱਖੀ ਦੀ ਉਹ ਕਿਹੜੀ ਪੜ੍ਹਾਈ ਹੈ ਪਰਮਜੀਤ ਸਿੰਘ ਜੀ? ਹਾਂਜੀ, ਜਿਹੜੀ ਆਪਾਂ ਪੜ੍ਹਾਈ ਕਰਨੀ ਉਹ ਕਿਹੜੀ ਆ? ਗੁਰਸਿੱਖੀ ਦੀ ਪੜ੍ਹਾਈ ਅੰਮ੍ਰਿਤ ਛਕ ਕੇ ਪਹਿਲੋਂ ਹੀ ਤਾਂ ਆਰੰਭ ਤਾਂ ਆਪਣੇ ਨਿਤਨੇਮ ਤੋਂ ਹੀ ਹੁੰਦੀ ਹੈ ਨਾ। ਉਹਦੀ ਸਿੱਖਿਆ ਤਾਂ ਪੰਜ ਪਿਆਰੇ ਰੋਜ਼ਾਨਾ ਦਾ ਨਿਤਨੇਮ ਪੰਜ ਬਾਣੀਆਂ ਦਾ ਕਰਨਾ। ਹਾਂਜੀ ਹਾਂਜੀ, ਜਿੱਦਾਂ ਹੁਣ ਬੱਚਾ ਸਕੂਲ ਦੇ ਵਿੱਚ ਲੱਗਦਾ ਤੇ ਉਹਨੂੰ ਪਹਿਲੋਂ ABC ਪੜ੍ਹਾਈ ਜਾਂਦੀ ਹੈ ਨਾ। ਠੀਕ ਹੈ। ਤੇ ਜਦੋਂ ਆਪਾਂ ਸਕੂਲ ਦੇ ਵਿੱਚ ਦਾਖਲਾ ਲੈਂਦੇ ਆ, ਇੱਧਰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ ਆ, ਪੰਜ ਪਿਆਰੇ ਸਹਿਬਾਨ ਉਦੋਂ ਹੀ ਨਿਤਨੇਮ ਦੀ ਆਰੰਭਤਾ ਕਰਾਉਂਦੇ ਵੀ ਨਿਤਨੇਮ ਜ਼ਰੂਰ ਕਰਨਾ, ਛੱਡਣਾ ਨਹੀਂ ਹੈਗਾ। ਠੀਕ ਹੈ। ਸਵੇਰੇ ਸ਼ਾਮ ਤੁਹਾਡਾ ਜੋ ਜ਼ਰੂਰੀ ਬਣਦਾ, ਪੰਜ ਬਾਣੀਆਂ ਸਵੇਰੇ, 2 ਬਾਣੀਆਂ ਸ਼ਾਮ ਨੂੰ, ਤੇ ਮੁੜ ਕੇ ਉਹ ਕਰਦੇ ਕਰਦੇ ਫਿਰ ਇਹ ਵੀ ਨਹੀਂ ਹੈਗਾ ਵੀ ਇੱਥੇ ਤੱਕ ਹੀ ਰੁਕ ਜਾਣਾ। ਤੇ ਪੰਜ ਪਿਆਰੇ ਸਹਿਬਾਨ ਕਹਿੰਦੇ ਉਦੋਂ ਵੱਧ ਵੀ ਬਾਣੀ ਪੜ੍ਹਨੀ ਆ। ਠੀਕ ਹੈ। ਦੂਜਾ ਫਿਰ ਘੱਟੋ ਘੱਟ 7 ਬਾਣੀਆਂ ਦਾ ਜਿਹੜਾ ਨਿਤਨੇਮ ਅਤਿਅੰਤ ਜ਼ਰੂਰੀ ਹੈ। ਇਸ ਤੋਂ ਵੱਧ ਸੁਖਮਨੀ ਸਾਹਿਬ, ਆਸਾ ਦੀ ਦੀਵਾਰ, ਇੱਕ ਓਂਕਾਰ ਤੋਂ ਲੈ ਕੇ 18-20 ਤੱਕ ਜਿੰਨੀ ਬਾਣੀ ਪੜ੍ਹੀ ਜਾਂਦਾ ਹੈ ਬੰਦਾ, ਫਿਰ ਬਾਣੀ ਦੇ ਨਾਲ ਬਾਣਾ, ਫਿਰ ਨਹੀਂ ਉਹ ਵੀ ਹੈਗਾ। ਫਿਰ ਬਾਣੀ ਇਧਰੋਂ ਬਾਣੀ ਦੀ ਆਪਾਂ ਅਜੇ ਗੱਲ ਕਰ ਰਹੇ ਹਾਂ, ਬਾਣੀ ਦੇ ਨਾਲ ਨਾਲ ਫਿਰ ਆ ਜਾਂਦਾ ਸਿਮਰਨ ਦੀ ਗੱਲ। ਗੁਰਮੰਤਰ ਦੀ ਵੀ ਪਰਪੱਕਤਾ ਕਰਾਉਂਦੇ ਆ, ਤੇ ਮੂਲ ਮੰਤਰ ਵੀ, ਹਨਾ। ਉਹ ਆਪਾਂ ਜਿੰਨਾ ਸਮਾਂ ਲੱਗ ਸਕੇ ਉਹਦੇ ਤੇ ਲਾਉਣਾ ਚਾਹੀਦਾ। ਤੇ ਗੁਰਸਿੱਖੀ ਦੇ ਸਿੱਖ ਦੇ ਜੀਵਨ ਵਿੱਚ ਅੰਮ੍ਰਿਤ ਵੇਲੇ ਦੀ ਮਹੱਤਤਾ ਕੁਝ ਥੋੜਾ ਜਿਹਾ ਸੰਗਤਾਂ ਨੂੰ ਦੱਸ ਦਿਓ। ਅੰਮ੍ਰਿਤ ਵੇਲੇ ਦੀ ਤਾਂ ਮਹਾਨਤਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬੜੀ ਬਖਸ਼ਿਸ਼ ਕੀਤੀ ਹੈ, ਬਹੁਤ ਦੱਸੀ ਆ ਗੁਰਬਾਣੀ ਦੇ ਵਿੱਚ ਵੀ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ 20-4, ਇੰਨੀ ਪੰਕਤੀ ਦੀ ਸਮਝ ਲੈ ਲਵੇ ਨਾ ਇਨਸਾਨ, ਤੇ ਉਹਨੂੰ ਅੰਮ੍ਰਿਤ ਵੇਲੇ ਦੀ ਪੂਰਨ ਤੌਰ ਤੇ ਸਮਝ ਲੱਗ ਜਾਂਦੀ ਹੈ। ਇੰਨੀ ਪੰਕਤੀ ਮਹਾਰਾਜ ਅੰਮ੍ਰਿਤ ਵੇਲਾ ਸੱਚ ਨਾਉ, ਕਹਿੰਦੇ ਉਸ ਪ੍ਰਮਾਤਮਾ ਦਾ ਸੱਚਾ ਨਾਮ ਉਹਨੂੰ ਆਪਣੇ ਹਿਰਦੇ ਵਿੱਚ ਵਸਾ,
ਅੰਮ੍ਰਿਤ ਵੇਲਾ ਕਿਹੜਾ ਪਰਮਜੀਤ ਸਿੰਘ ਜੀ, ਕਈਆਂ ਨੂੰ ਇਹ ਨਹੀਂ ਪਤਾ ਹੁੰਦਾ। ਅੰਮ੍ਰਿਤ ਵੇਲਾ ਤਾਂ ਵੈਸੇ ਮਹਾਂਪੁਰਸ਼ਾਂ ਨੇ ਜਦੋਂ ਜਿਹੜੀ ਗੱਲ ਕੀਤੀ ਹੈ ਨਾ, ਦੱਸਿਆ ਮਹਾਂਪੁਰਸ਼ਾਂ ਨੇ, ਉਹ ਕਹਿੰਦੇ ਵੀ ਜਿੱਦਾਂ ਅੰਮ੍ਰਿਤ ਵੇਲਾ ਇੱਕ ਤਾਂ ਹੁੰਦਾ ਵੀ ਆਪਾਂ 12 ਵਜੇ ਤੋਂ ਬਾਅਦ ਅੰਮ੍ਰਿਤ ਵੇਲਾ ਹੀ ਆ, ਰਾਤ ਦੇ 12 ਵਜੇ ਤੋਂ ਬਾਅਦ ਆਪਾਂ ਇਹਨੂੰ ਆਪਣੇ ਜੀਵਨ ਦੇ ਵਿੱਚ ਆਮ ਕਰਕੇ ਗਿਣਤੀ ਕਰਦੇ ਹਾਂ ਵੀ ਇਹ ਵੀ ਅੰਮ੍ਰਿਤ ਵੇਲਾ। ਮਹਾਂਪੁਰਸ਼ਾਂ ਨੇ ਅੰਮ੍ਰਿਤ ਵੇਲੇ ਦੀ ਵਿਚਾਰ ਕਰਦੇ ਆ ਨਾ, ਬੜੀਆਂ ਵਿਚਾਰਾਂ ਦੱਸੀਆਂ। ਮਨੁੱਖਾ ਜੀਵਨ ਵੀ ਅੰਮ੍ਰਿਤ ਵੇਲਾ ਹੀ ਹੈ। ਮਨੁੱਖਾ ਜੀਵਨ ਵੀ, ਹਾਂ, ਉਹ ਵੀ ਦੱਸਦੇ ਵੀ ਦੇਖੋ ਰਾਤ ਗੁਜ਼ਰਨ ਤੋਂ ਬਾਅਦ ਜਿਹੜਾ ਸਮਾਂ ਆਉਂਦਾ ਆ, ਰਾਤ ਗੁਜ਼ਰਨ ਤੋਂ ਬਾਅਦ ਫਿਰ ਹੁਣ ਸੂਰਜ ਚੜ੍ਹਨ ਦਾ ਦੂਏ ਦਿਨ ਦਾ ਸ਼ੁਰੂਆਤ ਹੁੰਦੀ ਆ, 12 ਵਜੇ ਤੋਂ ਬਾਅਦ ਦੂਆ ਦਿਨ ਸ਼ੁਰੂ ਹੋ ਜਾਂਦਾ। ਉਹ ਜਿਹੜਾ ਸਮਾਂ ਆਉਂਦਾ ਰਾਤ ਦਾ ਆਖਰੀ ਪਹਿਰ ਜਿਹੜਾ ਮੰਨ ਲਓ ਕਿਹਾ ਜਾਂਦਾ, ਜਿੱਦਾਂ ਉਹ ਅੰਮ੍ਰਿਤ ਵੇਲਾ ਆ, ਤੇ ਉਧਰ 84 ਲੱਖ ਜੂਨਾਂ ਤੋਂ ਬਾਅਦ ਆਖਰੀ ਪਹਿਰ ਇੱਕ ਆ ਗਿਆ ਮਨੁੱਖਾ ਜਨਮ, ਇਹ ਵੀ ਅੰਮ੍ਰਿਤ ਵੇਲਾ। ਫਿਰ ਜੀਵਨ ਦੇ ਵਿੱਚ ਜਿਹੜਾ ਬੁਢੇਪਾ ਆ, ਇਹ ਮੈਂ ਤਾਂ ਕਹਿਣ ਲੱਗਾ, ਮਹਾਂਪੁਰਸ਼ਾਂ ਨੇ ਵੀ ਦੱਸਿਆ ਸੀ, ਕਹਿੰਦੇ ਵੀ ਕਈ ਵਾਰੀ ਇਨਸਾਨ ਕਹਿ ਦਿੰਦਾ ਬੁੱਢਾ ਹੋ ਕੇ, ਹੁਣ ਕੀ ਲੋੜ ਆ ਅੰਮ੍ਰਿਤ ਛਕਣ ਦੀ, ਹੁਣ ਤਾਂ ਗਾਂਹ ਹੀ ਜਾ ਕੇ ਛਕਾਂਗੇ ਅਗਲੇ ਪਾਸੇ। ਤਾਂ ਜਿਸ ਉਮਰ ਦੇ ਵਿੱਚ ਚਾਹੇ ਉਹ ਜਵਾਨੀ ਹੈ, ਬਚਪਨ ਹੈ, ਬੁਢੇਪਾ, ਜਦੋਂ ਗੁਰੂ ਨਾਲ ਜੁੜਿਆ ਜਾਂਦਾ ਉਹ ਵੀ ਅੰਮ੍ਰਿਤ ਵੇਲਾ। ਠੀਕ ਹੈ ਨਾ, ਬਿਲਕੁਲ। ਬੁਢੇਪਾ ਵੀ ਅੰਮ੍ਰਿਤ ਵੇਲਾ ਇੱਕ, ਜਦੋਂ ਅੰਮ੍ਰਿਤ ਛਕ ਲੈਂਦੇ ਉਹ ਅੰਮ੍ਰਿਤ ਵੇਲਾ ਜਦੋਂ। ਹਾਂਜੀ ਬਿਲਕੁਲ ਠੀਕ ਹੈ। ਤੇ ਉਹ ਅੰਮ੍ਰਿਤ ਵੇਲਾ ਜਿਹੜਾ ਆ, ਹੁਣ ਵੀ ਆਪਣਾ ਜੀਵਨ ਜਿਹੜਾ ਇਹ ਇੱਕ ਅੰਮ੍ਰਿਤ ਵੇਲਾ ਆ, ਇਹਨੂੰ ਸੰਭਾਲਣਾ ਬਹੁਤ ਜ਼ਰੂਰੀ ਆ। ਵਡਿਆਈ ਵਿਚਾਰ ਕਹਿੰਦੇ ਉਸ ਦੀ ਵਡਿਆਈ ਜਿਹੜੀ ਪ੍ਰਮਾਤਮਾ ਦੀ ਹੈ ਨਾ, ਬੰਦਾ ਸੋਚੇ ਮੈਂ ਇੱਥੇ ਬੈਠਾ, ਇਹ ਦੁਨੀਆ ਕਿਹਦੇ ਆਸਰੇ ਚੱਲ ਰਹੀ ਆ, ਸਾਰੇ ਪਾਸੇ ਜਿੱਦਾਂ ਹੁਣ ਇੱਕ ਸ਼ਹਿਰ ਨੂੰ ਸੰਭਾਲਣ ਲਈ ਪੁਲਿਸ ਹੁੰਦੀ ਆ, ਉਹ ਸ਼ਹਿਰ ਦੀ ਹੁੰਦੀ ਆ, ਹੋਰ ਸ਼ਹਿਰ 'ਚ ਤਾਂ ਦੂਜੀ ਲੱਗੀ ਹੋਈ ਆ, ਪਰ ਉਹਨਾਂ ਸਾਰੇ ਸ਼ਹਿਰਾਂ ਨੂੰ ਸੰਭਾਲਣ ਲਈ ਕੌਣ ਚੱਲ ਰਿਹਾ, ਕੌਣ ਕਾਰਜ ਕਰ ਰਿਹਾ, ਉਹਨਾਂ ਦੇ ਵੀ ਉੱਪਰ ਕੋਈ ਹੈਗਾ ਹੀ ਨਾ। ਤੇ ਮੈਂ ਕਈ ਵਾਰੀ ਬੈਠਾ ਸੋਚਦਾ ਹੁੰਦਾ ਵੀ ਇੰਨੀ ਪ੍ਰਿਥਵੀ ਚੱਲ ਰਹੀ ਆ, ਧਰਤੀ ਚੱਲ ਰਹੀ ਆ, ਧਰਤੀ ਦੇ ਉੱਪਰ ਇੰਨੇ ਲੋਕੀ ਆ, ਇਹਨਾਂ ਨੂੰ ਦੇਖਭਾਲ ਕਰਨ ਵਾਲਾ ਕੋਈ ਹੈਗਾ? ਤੇ ਫਿਰ ਉਹ ਗੁਰਬਾਣੀ ਦੱਸਦੀ ਆ ਵੀ ਉਹ ਪ੍ਰਮਾਤਮਾ ਇੱਕ ਜਿਹੜਾ ਸਾਰਿਆਂ ਦੀ ਦੇਖਭਾਲ ਕਰ ਰਿਹਾ। ਠੀਕ ਹੈ। ਤੇ ਜੇ ਪ੍ਰਮਾਤਮਾ ਸਾਰਿਆਂ ਦੀ ਦੇਖਭਾਲ ਕਰ ਰਿਹਾ, ਫਿਰ ਤੈਨੂੰ ਹੋਰ ਚੀਜ਼ਾਂ ਦਾ ਫਿਕਰ ਕਾਹਤੋਂ ਆ? ਤੂੰ ਆਪਣੇ ਇਸ ਜੀਵਨ ਨੂੰ ਜਿਹੜਾ ਅੰਮ੍ਰਿਤ ਵੇਲਾ ਮਿਲਿਆ ਤੈਨੂੰ, ਆਹ ਮਨੁੱਖਾ ਜਨਮ, ਇਹ ਸਾਡੀ ਪੜ੍ਹਾਈ ਆ ਜਿਹੜੀ ਅੰਮ੍ਰਿਤ ਛਕ ਕੇ ਤੇ ਪੜ੍ਹਾਈ ਕਰਨੀ, ਅੰਮ੍ਰਿਤ ਵੇਲਾ ਸੰਭਾਲਣਾ, ਨਿਤਨੇਮ ਕਰਨਾ, ਤੇ ਇਸ ਬਾਣੀ ਦੇ ਨਾਲ ਨਾਲ ਮਹਾਰਾਜ ਨੇ ਬਾਣਾ ਬਖਸ਼ਿਆ। ਹਾਂਜੀ, ਬਾਣੇ ਦੀ ਗੱਲ ਕਰਾਂ, ਜਿਹੜੀ ਬਾਣਾ ਬਖਸ਼ਿਆ ਮਹਾਰਾਜ ਨੇ, ਇਹ ਗੱਲ ਅਨੰਦਪੁਰ ਸਾਹਿਬ ਦੇ ਵਿੱਚ ਕਹੀ ਸੀ ਨਾ, 9 ਸਾਲ ਦੀ ਉਮਰ ਦੇ ਵਿੱਚ। ਜਦੋਂ ਬੇਸ਼ੱਕ ਲੋਕੀ ਕਹਿ ਦਿੰਦੇ ਆ ਬਈ, ਕਈ ਵਾਰੀ ਕਈ ਪ੍ਰਚਾਰਕ, ਮੈਂ ਉਹ ਬੜੀ ਸੋਚ ਰੱਖਣੀ ਪੈਂਦੀ, ਡੂੰਘੀ ਸੋਚ ਰੱਖ ਕੇ ਆਪਾਂ ਸੋਚੀਏ ਨਾ। ਇਹ ਗੱਲ ਤਾਂ ਇਤਿਹਾਸ ਦੇ ਵਿੱਚ ਵੀ ਜ਼ਿਕਰ ਆਉਂਦਾ, ਤੇ ਕਹਿੰਦੇ ਵੀ ਆ ਲੋਕੀ ਵੀ ਉਸ ਸਮੇਂ ਜਦੋਂ ਭਾਈ ਜੈਤਾ ਜੀ ਨੂੰ ਪੁੱਛਿਆ ਬਈ ਕਿੰਨੇ ਕੁ ਗੁਰਸਿੱਖਾਂ ਦੇ ਵਿੱਚ ਰੋਹ ਸੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਗਿਆ, ਤੇ ਭਾਈ ਜੈਤਾ ਜੀ ਨੇ ਕਿਹਾ ਵੀ ਗੁਰਸਿੱਖ ਤਾਂ ਬੜੇ ਸੀ, ਪਰ ਕੋਈ ਮਤਲਬ ਡਰਦਾ ਮਾਰਾ ਹੀ ਅੱਗੇ ਨਹੀਂ ਆ ਸਕਿਆ, ਪਤਾ ਨਹੀਂ ਸੀ ਲੱਗਦਾ ਵੀ ਸਿੱਖ ਕੌਣ ਹੈ, ਸਿੱਖ ਕੌਣ ਆ, ਪਤਾ ਨਹੀਂ ਸੀ। ਤੇ ਉੱਥੇ ਮਹਾਰਾਜ ਨੇ ਇੱਕ ਵਚਨ ਦਾ ਕਰ ਦਿੱਤਾ ਵੀ ਇਹੋ ਜਿਹਾ ਗੁਰੂ ਕਾ ਸਿੱਖ ਹੋਵੇਗਾ, ਖਾਲਸਾ ਹੋਵੇਗਾ, ਜਿਹੜਾ ਲੱਖਾਂ ਤੋਂ ਖੜਾ ਪਛਾਣਿਆ ਜਾਵੇਗਾ। ਦੂਜੀ ਗੱਲ ਇਹ ਜ਼ਰੂਰ ਆ, ਮੈਂ ਇੱਕ ਗੱਲ ਜ਼ਰੂਰ ਕਹਿ ਜਾਵਾਂ ਵੀ ਇਹ ਵੀ ਨਹੀਂ ਕਿਹਾ ਜਾ ਸਕਦਾ ਵੀ ਉੱਥੇ ਸਿੱਖ ਨਹੀਂ। ਭਾਈ ਜੈਤਾ ਜੀ ਸੀਸ ਲੈ ਕੇ ਚਲੇ ਗਏ, ਉਦੋਂ ਬਾਅਦ ਇੱਕ ਸਿੱਖ ਹੀ ਉੱਠਿਆ ਜਿਹਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਧੜ ਦਾ ਸੰਸਕਾਰ ਆਪਣੇ ਘਰ ਦੇ ਵਿੱਚ ਕੀਤਾ, ਉਹ ਵੀ ਸਿੱਖ ਹੀ ਸੀਗਾ ਇੱਕ। ਠੀਕ ਹੈ। ਤੇ ਜੇ ਉਹ ਸੀਸ ਲੈ ਕੇ ਉਹ ਉਸੇ ਮੌਕੇ ਤੇ ਨਿਕਲ ਗਏ ਆ, ਉਦੋਂ ਤੱਕ ਹਜੇ ਨਹੀਂ ਸੀ ਕਿਸੇ ਦੇ ਵੀ, ਕਿਸੇ ਦੇ ਮਨ ਦੇ ਵਿੱਚ ਆਈ ਗੱਲ ਤਾਂ ਹੀ ਹੋਇਆ ਨਾ। ਨਹੀਂ, ਉਹ ਤਾਂ ਠੀਕ ਹੈ 1400 ਘਰ ਸੀ, ਹਾਂ, ਪਰ ਕਹਿਣ ਤੋਂ ਭਾਵ ਹੈ ਵੀ ਉਹਨਾਂ ਤੇ ਬਾਣਾ ਨਹੀਂ ਸੀਗਾ, ਪਤਾ ਨਹੀਂ ਸੀ, ਵਿੱਚੇ ਮਿਲੇ ਹੋਏ ਸੀ। ਜਿਵੇਂ ਅੱਜ ਕਹਿ ਲੋ ਵੀ ਹੁਣ ਹੈ ਤਾਂ ਅਸੀਂ ਸਿੱਖ, ਸਾਡਾ ਪਤਾ ਨਹੀਂ ਲੱਗਦਾ ਵੀ ਅਸੀਂ ਹੁਣ ਇਹਨਾਂ ਮੁਲਕਾਂ ਵਿੱਚ ਰਹਿ ਗਏ ਆ, ਸਾਰੀ ਹਰ ਇੱਥੇ ਬੰਦਾ ਰਹਿੰਦਾ, ਤੇ ਸਾਡਾ ਕੋਈ ਮਤਲਬ ਕਿ ਪਛਾਣ ਦਾ ਪਤਾ ਲੱਗਣਾ ਚਾਹੀਦਾ ਵੀ ਹਿੰਦੂ ਹੈ, ਆਪਣਾ ਜਨੇਊ ਪਾਵੇ ਪਤਾ ਲੱਗੇ ਹਿੰਦੂ ਹੈ, ਮੁਸਲਮਾਨ ਦਾ ਪਤਾ ਲੱਗੇ, ਤੇ ਈਸਾਈ ਦਾ ਪਤਾ ਲੱਗੇ, ਸਿੱਖ ਦੀ ਕੋਈ ਹੋਣਾ ਚਾਹੀਦਾ ਵੀ ਕੀ ਪਤਾ ਲੱਗਦਾ। ਇਹ ਗੱਲ ਆਪਾਂ ਨੂੰ ਉਦੋਂ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਜਦੋਂ ਉੱਥੇ ਅਮਰੀਕਾ ਦੇ ਵਿੱਚ ਅਟੈਕ ਹੋਇਆ ਨਾ। ਠੀਕ ਹੈ। ਉਦੋਂ ਬੜਾ ਮੁਸ਼ਕਲ ਦਾ ਸਾਹਮਣਾ ਆਪਾਂ ਨੂੰ ਕਰਨਾ ਪਿਆ, ਕਿਉਂਕਿ ਲੋਕੀ ਸਮਝਦੇ ਸੀ ਮੁਸਲਮਾਨ ਹੀ ਆ। ਠੀਕ ਹੈ। ਕਿਉਂਕਿ ਅਸੀਂ ਆਪਣੀ ਪਛਾਣ ਜਿਹੜੀ ਵੱਖਰੀ, ਉਹਨੂੰ ਵੱਖਰੀ ਰੱਖ ਨਹੀਂ ਸਕੇ, ਰੱਖ ਨਹੀਂ ਸਕੇ। ਵੱਖਰੀ ਪਛਾਣ ਮਹਾਰਾਜ ਨੇ ਸਾਨੂੰ ਦਿੱਤੀ ਆ, ਬਾਣਾ। ਤੇ ਜੇ ਸਾਡੇ ਸਰੀਰ ਤੇ ਬਾਣਾ ਪੂਰਨ ਸਜਿਆ ਹੋਵੇ, ਮੈਂ ਅੱਗੇ ਵੀ ਕਈ ਵਾਰੀ ਕਹਿੰਦਾ ਹੁੰਦਾ, ਮੈਂ ਐਸੇ ਬਾਣੇ ਦੇ ਵਿੱਚ ਜਾਣਾ ਕਿਸੇ ਵੀ ਕੰਟਰੀ ਦੇ ਵਿੱਚ, ਤੇ ਜਦੋਂ ਮੈਨੂੰ ਦੇਖਦੇ ਤੁਹਾਨੂੰ ਕੋਈ ਡਿੱਕਾ ਤਾਂ ਨਹੀਂ ਲੱਗਦਾ? ਨਹੀਂ, ਕੋਈ ਡਿੱਕਾ ਨਹੀਂ, ਮਹਾਰਾਜ ਨੇ। ਜਿਹੜੇ ਬੰਦੇ ਕਹਿੰਦੇ ਵੀ ਹੁਣ ਮਾਫ ਕਰਿਓ, ਇੱਕ ਰਾਗੀ ਜਥਾ ਆਇਆ ਤੇ ਕਈ ਐਸੇ ਵੀ ਆਉਂਦੇ ਨੇ ਜਿਨ੍ਹਾਂ ਦੇ ਅੰਮ੍ਰਿਤ ਨਹੀਂ ਛਕੇ ਹੁੰਦੇ, ਗਿਆਨੀ ਜੀ, ਉਹ ਵਿਖਾਉਣ ਨੂੰ ਕਿਰਪਾਨਾਂ ਪਾਈਆਂ, ਤੇ ਜਦੋਂ ਮੈਂ ਬਾਥਰੂਮ 'ਚ ਗਿਆ ਤਾਂ ਉਹਨਾਂ ਦੀਆਂ ਨਿਕਰਾਂ ਪਈਆਂ ਉੱਥੇ
ਚੱਕ ਕੇ ਸੱਟੀਆਂ। ਮੈਂ ਕਿਹਾ ਕਛਹਿਰੇ ਕਿੱਥੇ ਆ? ਕਹਿੰਦੇ ਜੀ ਅਸੀਂ ਹੁਣ ਨਵੇਂ ਆਏ ਤੇ ਸਾਨੂੰ ਕਛਹਿਰੇ ਦੇ ਦਿਓ। ਤੇ ਕੀ ਇਹੋ ਜਿਹੇ ਬੰਦਿਆਂ ਦਾ ਦੱਸੋ ਵੀ ਸਾਡਾ ਉਹ ਪ੍ਰਚਾਰ ਕੀਤਾ ਅਸਰ ਗੁਰੂ ਜਿਹਨਾਂ ਦਾ ਜੀਵਨ ਐਸਾ ਮਤਲਬ ਨਹੀਂ ਛਕੇ ਲੋਕਾਂ ਨੂੰ ਵਿਖਾਉਣ ਵਾਸਤੇ, ਇਸ ਵਾਸਤੇ ਪਿਆਰਿਓ ਨਹੀਂ ਕਰਨਾ ਚਾਹੀਦਾ। ਮਹਾਰਾਜ ਨੇ 5 ਕਕਾਰ ਬਖਸ਼ੇ ਸਾਡਾ ਬਾਣਾ, ਠੀਕ ਹੈ ਨਾ, ਇਹਨਾਂ ਦੀ ਬੜੀ ਵੱਡੀ ਮਾਨਤਾ। ਬਾਣੀ ਦੇ ਨਾਲ ਬਾਣਾ ਇਹ ਸਾਡੀ ਪੜ੍ਹਾਈ ਹੈ। ਬਾਣੀ ਬਾਣਾ ਪੰਖ ਪਛਾਣੋ, ਹਾਂ ਸਿੰਘ ਨਾਮ ਤੇ ਪੰਛੀ ਜਾਣੋ। ਹਾਂ, ਸੋ ਇਸ ਵਾਸਤੇ ਸਾਡੇ ਪੰਖ ਨੇ, 2 ਪੰਖਾਂ ਦੇ ਨਾਲ ਪੰਛੀ ਉੱਡਦਾ। ਬਾਣੀ ਤੇ ਬਾਣਾ ਹੋਣਾ ਅਤਿਅੰਤ ਜ਼ਰੂਰੀ ਹੈ। ਇਹਦੇ ਨਾਲ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਸਾਨੂੰ ਵੇਖੋ ਕਿੰਨਾ ਦਾ ਆਪਾਂ ਪਿਛਲੇ ਐਪੀਸੋਡਾਂ 'ਚ ਵਿਚਾਰ ਕਰ ਰਹੇ, ਵਸਾਹ ਨਹੀਂ ਕਰਨਾ, ਕਿੰਨਾ ਨਾਲ ਮੇਲ ਨਹੀਂ ਕਰਨਾ, ਤੇ 4 ਬੱਦਲ ਕਰੇਤਾ ਤੋਂ ਬਚ ਕੇ ਰਹਿਣਾ, ਤੇ ਜ਼ਿੰਦਗੀ ਦੇ 5 ਸੰਸਕਾਰ ਨੇ ਸਾਡੇ। ਤੇ ਉਹਨਾਂ ਬਾਰੇ ਜੇ ਆਪਾਂ ਗੱਲ ਕਰੀਏ ਤੇ ਸਭ ਤੋਂ ਪਹਿਲਾਂ ਜਨਮ ਸੰਸਕਾਰ ਬੰਦੇ ਦਾ ਜੀ, ਤੇ ਫਿਰ ਵਿਦਿਆ ਸੰਸਕਾਰ ਆਉਂਦਾ ਜੀ, ਤੇ ਇਸ ਤੋਂ ਬਾਅਦ ਅੰਮ੍ਰਿਤ ਸੰਸਕਾਰ, ਚੌਥਾ ਆਨੰਦ ਸੰਸਕਾਰ, ਤੇ 5ਵਾਂ ਅੰਤਮ ਸੰਸਕਾਰ ਹੈ ਜਿੰਦੇ ਵਿੱਚ ਜ਼ਿੰਦਗੀ ਖਤਮ ਹੋਣ ਜਾਂਦੀ ਹੈ। ਤੇ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਬਾਰੇ? ਜਨਮ ਸੰਸਕਾਰ ਬੱਚੇ ਦਾ ਜਿਵੇਂ ਕੀ ਕਰਨਾ ਚਾਹੀਦਾ ਬੱਚੇ? ਮੈਂ ਇਸ ਗੱਲ ਤੇ ਬੜੀ ਜ਼ੋਰ ਦਿੰਦਾ ਜੀ। ਅੱਗੇ ਵੀ ਮੈਂ ਕਥਾ ਦੇ ਵਿੱਚ ਵੀ ਕਈ ਵਾਰੀ ਜਦੋਂ ਸਟੇਜਾਂ ਤੇ ਬੋਲੀ ਦਾ ਉਦੋਂ ਵੀ ਇਹ ਗੱਲ ਖਾਸ ਧਿਆਨ ਦੇ ਵਿੱਚ ਦੇਣ ਦੀ ਕਰੀਦੀ ਆ ਬਈ ਜਦੋਂ ਤੱਕ ਸਾਡਾ ਜਨਮ ਸੰਸਕਾਰ ਸਹੀ ਤਰੀਕੇ ਦੇ ਨਾਲ ਨਾ ਹੋਵੇ ਨਾ ਬੱਚਿਆਂ ਦਾ, ਉਦੋਂ ਤੱਕ ਬੱਚਿਆਂ ਦੀ ਬੱਚੇ ਕੁਰੈਤੀਏ ਹੋਣ ਦੇ ਚਾਂਸ ਬਹੁਤ ਵੱਧ ਜਾਂਦੇ। ਹੁਣ ਉਹ ਸੰਗਤਾਂ ਸੁਣ ਰਹੀਆਂ, ਉਹ ਚਾਹੁੰਦੀਆਂ ਵੀ ਕਿਹੜਾ ਸਹੀ ਸੰਸਕਾਰ, ਉਹ ਕਿਹੜਾ ਆਪਾਂ ਦੱਸ ਦਈਏ? ਜਿਹੜਾ ਜਨਮ ਸੰਸਕਾਰ ਆ, ਜਨਮ ਕਿਹੜਾ ਸਹੀ? ਜਦੋਂ ਬੱਚੇ ਦਾ ਜਨਮ ਹੋਵੇ, ਪਹਿਲੋਂ ਤਾਂ ਇਹ ਗੱਲ ਹੈ ਵੀ ਜੇ ਕਿਸੇ ਦੰਪਤੀ ਭਾਵ ਦੋਨੇ ਹੀ ਮੀਆਂ ਬੀਬੀ ਜਿਹੜੇ ਆ ਉਹਨਾਂ ਨੂੰ ਬੱਚੇ ਦੀ ਲੋੜ ਆ ਨਾ, ਪਹਿਲੋਂ ਤਾਂ ਗੁਰੂ ਸਾਹਿਬ ਕਹਿੰਦੇ ਗੁਰਬਾਣੀ ਦੇ ਵਿੱਚ ਵੀ ਤੂੰ ਆਪਣੇ ਗੁਰੂ ਦੇ ਅੱਗੇ ਅਰਦਾਸ ਕਰ। ਅਰਦਾਸ ਦੇ ਬਚਨ ਵੀ ਲਿਖੇ ਹੋਏ ਮਹਾਰਾਜ ਨੇ, ਮਾਨ ਮੰਗੋ ਤਾਨ ਮੰਗੋ ਧਨ ਲਖਮੀ ਸੁਤ ਦੇ। ਠੀਕ ਹੈ, ਦੋਨੇ ਜਣੇ ਅਰਦਾਸ ਕਰਨ ਸੱਚੇ ਪਾਤਸ਼ਾਹ, ਹੋਰ ਕਿਤੇ ਨਾ ਮੱਥੇ ਰਗੜਦੇ ਫਿਰਨ, ਮਹਾਰਾਜ ਦੇ ਅੱਗੇ ਅਰਦਾਸ ਕਰਨ। ਤੇ ਜਦੋਂ ਫਿਰ ਮਹਾਰਾਜ ਦੇ ਅੱਗੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ। ਜਿਹੜੀ ਅਰਦਾਸ ਦੇ ਵਿੱਚ ਮਹਾਰਾਜ ਨੇ ਦਾਤ ਬਖਸ਼ਿਸ਼ ਕੀਤੀ ਹੈ ਨਾ, ਉਸ ਦਾਤ ਨੂੰ ਦੇਣ ਤੇ ਧੰਨਵਾਦ ਵੀ ਕਰਨਾ ਮਹਾਰਾਜ ਦਾ ਪਹਿਲਾ ਸਾਡਾ ਫਰਜ਼ ਬਣਦਾ। ਠੀਕ ਹੈ। ਤੇ ਫਿਰ ਉਸ ਸਮੇਂ ਜਨਮ ਸੰਸਕਾਰ ਦੇ ਵਿੱਚ ਆਉਂਦਾ ਵੀ ਜਦੋਂ ਬੱਚੇ ਦਾ ਜਨਮ ਹੋਵੇ, ਸਭ ਤੋਂ ਪਹਿਲਾਂ ਜੇ ਹੋ ਸਕੇ, ਅੱਜ ਕੱਲ੍ਹ ਕਈ ਵਾਰੀ ਥੋੜ੍ਹੀ ਜਿਹੀ ਪ੍ਰੋਬਲਮ ਆਉਂਦੀ ਹੈ ਵੀ ਹਸਪਤਾਲਾਂ ਦੇ ਵਿੱਚ ਹੁੰਦੇ ਆ, ਨਹੀਂ ਲਿਜਾਣ ਦਿੰਦੇ, ਤੇ ਪਿੰਡਾਂ ਦੇ ਵਿੱਚ ਤਾਂ ਜ਼ਰੂਰੀ ਸੀਗਾ ਵੀ ਉਹ ਪਹਿਲੋਂ ਸਭ ਤੋਂ ਪਹਿਲਾਂ ਉਹਨੂੰ ਗੁਰੂ ਘਰ ਲਿਜਾਇਆ ਜਾਵੇ। ਬੱਚੇ ਨੂੰ ਗੁਰੂ ਘਰ ਲਿਜਾ ਕਰਕੇ ਉੱਥੇ ਮੱਥਾ ਟਿਕਾਇਆ ਜਾਵੇ, ਦੇਗ ਤਿਆਰ ਕੀਤੀ ਹੋਵੇ, ਦੇਗ ਉੱਥੇ ਹੁਕਮਨਾਮਾ ਲੈ ਕੇ ਅਰਦਾਸ ਕਰਕੇ ਦੇਗ ਵਰਤਾਈ ਜਾਵੇ। ਤੇ ਉਦੋਂ ਪਹਿਲੋਂ ਜਦੋਂ ਗੁਰੂ ਘਰ ਲਿਜਾਣਾ ਸਾਰਾ ਪ੍ਰਬੰਧ ਕੀਤਾ ਹੋਵੇ, ਤੇ ਉਸ ਸਮੇਂ ਅਸੀਂ ਆਪਣਾ ਜਿਹੜਾ ਜਨਮ ਸੰਸਕਾਰ ਉੱਥੇ ਕਰਦੇ ਹਾਂ। ਛੋਟਾ ਬਾਟਾ, ਬਾਟੇ ਵਿੱਚ 5 ਪਤਾਸੇ ਤੇ ਥੋੜਾ ਜਿਹਾ ਜਲ, ਉਹਦੇ ਵਿੱਚ ਕਿਰਪਾਨ ਦੇ ਨਾਲ ਜਿਹੜਾ ਸਿੰਘ, ਅੱਬਲ ਤਾਂ ਗ੍ਰੰਥੀ ਸਿੰਘ ਹੀ ਹੁੰਦਾ, ਜੇ ਕੋਈ ਆਪਾਂ ਨੂੰ ਉਸ ਸਮੇਂ ਇਦਾਂ ਦੀ ਕੋਈ ਦਿੱਕਤ ਵੀ ਨਹੀਂ ਹੁੰਦੀ, ਜੇ ਕੋਈ ਹੋਰ ਜੀਵਨ ਵਾਲਾ ਸਿੰਘ ਹੈਗਾ। 5 ਦਾ ਕੋਈ ਜ਼ਰੂਰੀ ਨਹੀਂ, ਗਿਣਤੀ ਜੇ ਵੱਡੇ ਆ ਪਤਾਸੇ, ਛੋਟੇ 1-2 ਵੀ ਪਾ ਸਕਦੇ, ਕੋਈ ਗਿਣਤੀ ਦੀ ਆਉਣੀ। ਤੇ ਉਹ ਨਹੀਂ, ਉਹ ਜਿੰਨਾ ਕ ਆਪਾਂ ਜਲ ਪਾਉਣਾ ਆ ਉਹ ਤਾਂ ਜ਼ਰੂਰੀ ਨਹੀਂ, ਵੱਡੇ ਪਤਾਸੇ ਛੋਟੇ ਪਾ ਸਕਦੇ ਆ। ਤੇ ਉਹ ਆਪਾਂ ਕਿਰਪਾਨ ਦੇ ਨਾਲ ਜਪਜੀ ਸਾਹਿਬ ਦੀ ਬਾਣੀ ਪੜ੍ਹ ਕਰਕੇ ਤੇ ਅੰਮ੍ਰਿਤ ਤਿਆਰ ਕਰਨਾ ਆ। ਤੇ ਉਹ ਤੋਂ ਬਾਅਦ ਫਿਰ ਅਰਦਾਸ ਹੋਣੀ ਆ। ਅਰਦਾਸ ਦੇ ਵਿੱਚ ਮਹਾਰਾਜ ਦੇ ਅੱਗੇ ਬੇਨਤੀ ਕਰਨੀ ਆ। ਕਰਨ ਤੋਂ ਬਾਅਦ ਕਿਰਪਾਨ ਦੇ ਨਾਲ ਹੀ 5 ਚੂਲੇ, 5 ਬੂੰਦਾਂ, ਕੱਲੀ ਬੂੰਦ ਜਿਹੜੀ ਉਹ ਬੱਚੇ ਦੇ ਮੁਖ ਦੇ ਵਿੱਚ ਪਾਉਣੀ ਆ। ਠੀਕ ਹੈ। ਕਿਰਪਾਨ ਨਾਲ ਦੀ ਨਾਲ ਫਤਿਹ ਬੁਲਾਉਣੀ, ਨਾਲ ਦੀ ਨਾਲ ਫਤਿਹ ਬੁਲਾਉਣੀ, ਜਿੱਦਾਂ। ਹਾਂਜੀ। ਤੇ ਉਸ ਤੋਂ ਬਾਅਦ ਫਿਰ ਜਿਹੜੇ ਉਹ ਬਾਕੀ ਬਚ ਜਾਂਦਾ ਆ, ਉਹ ਸਾਰਾ ਮਾਤਾ ਨੇ ਛਕਣਾ ਉਹਦੀ ਨੇ। 5 ਬੂੰਦਾਂ ਛਕਾ ਕੇ ਉਸ ਤੋਂ ਬਾਅਦ ਸਾਰਾ ਮਾਤਾ ਨੇ ਛਕਣਾ। ਠੀਕ ਹੈ। ਤੇ ਉਹ 5 ਬੂੰਦਾਂ ਉਹਦੇ ਨੇਤਰਾਂ 'ਚ ਵੀ ਪਾਉਣੀਆਂ, 5 ਬੂੰਦਾਂ ਉਹਦੇ ਕੇਸਾਂ 'ਚ ਵੀ ਪਾ ਸਕਦੇ ਆ। ਠੀਕ ਆ। ਤੇ ਉਹ ਬੱਚੇ ਦਾ ਨਾਮ ਕਿਵੇਂ ਰੱਖਣਾ ਚਾਹੀਦਾ? ਨਾਮ ਜਿਹੜਾ ਆ, ਜਦੋਂ ਆਪਾਂ ਅਰਦਾਸ ਕਰਨੀ ਉਸੇ ਟਾਈਮੇ ਅਰਦਾਸ ਕਰਨੀ ਨਾ, ਅਰਦਾਸ ਤੋਂ ਬਾਅਦ ਜਿਹੜਾ ਹੁਕਮਨਾਮਾ ਆਉਣਾ, ਪਹਿਲਾ ਅੱਖਰ ਜਿਹੜਾ ਆ ਉਹ ਗ੍ਰੰਥੀ ਸਿੰਘ ਨੇ ਉਦੋਂ ਅਰਦਾਸ ਦੇ ਵਿੱਚ ਬੇਨਤੀ ਕਰਨੀ ਆ ਨਾਮ ਰੱਖਣ ਦੀ। ਤੇ ਪਹਿਲਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਸ਼ਬਦ ਬਖਸ਼ਿਆ, ਉਹਦਾ ਪਹਿਲਾ ਅੱਖਰ ਜਿਹੜਾ ਆ ਉਹਦੇ ਤੋਂ ਨਾਮ ਰੱਖਿਆ ਜਾਂਦਾ। ਮੇਰਾ ਖਿਆਲ ਆਪਾਂ ਬੜੀ ਵੱਡੀ ਮਿਸਟੇਕ ਅੱਜ ਕਰ ਰਹੇ ਆ ਵੀ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਬੱਚਿਆਂ ਦੇ ਨਾਮ ਗੋਰਿਆਂ ਵਾਲੇ ਜਾਂ ਹੋਰ ਰੱਖੇ ਜਾ ਰਹੇ ਨੇ, ਤੇ ਫਿਰ ਇਹ ਬਹੁਤ ਵੱਡਾ ਅਸਰ ਪੈਂਦਾ। ਬਿਲਕੁਲ। ਤੁਸੀਂ ਕੋਈ ਕਹਿਣਾ ਚਾਹੁੰਦੇ ਸੀਗੇ? ਅੱਜ ਕੱਲ ਪਤਾ ਨਹੀਂ ਲੱਗਦਾ ਜੀ, ਸਿੱਖ ਦਾ ਬੱਚਾ ਜਾਣਦਾ ਕਿਹਦਾ ਬੱਚਾ ਹੈ। ਵੀ ਉਹ ਨਾਮ ਲੈ ਨਹੀਂ, ਸਿਆਣੇ ਬੰਦਾ ਲੈ ਹੀ ਨਹੀਂ ਸਕਦਾ, ਨਹੀਂ ਲੈ ਸਕਦਾ। ਉਹ ਤਾਂ ਪਿੱਛੇ ਸਿੰਘ ਨਹੀਂ ਲਾਂਦੇ ਹੈਗੇ। ਹਾਂ, ਇਹ ਬੜੀ ਵੱਡੀ ਮਿਸਟੇਕ ਅਸੀਂ ਕਰਦੇ ਆ। ਪਤਾ ਨਹੀਂ ਕੁੜੀ ਕਿ ਮੁੰਡਾ। ਹਾਂਜੀ। ਅੱਛਾ, ਨਾ ਸਿੰਘ ਤਾਂ ਨਹੀਂ ਲਾਇਆ ਜਾਂਦਾ, ਪਰ ਜਿਹੜਾ ਉਹ ਪਿੱਛੇ ਢਿੱਲੋਂ, ਢਾਲੀਵਾਲ, ਸੰਧੂ, ਉਹ ਜ਼ਰੂਰ ਲਾਇਆ ਜਾਂਦਾ। ਹਾਂ, ਸਰਨੇਮ।
ਤੇ ਇਸ ਵਾਸਤੇ ਸਿੰਘ ਲਾਉਣਾ ਅਤਿਅੰਤ ਜ਼ਰੂਰੀ ਹੈ। ਇਹ ਅਸੀਂ ਬੜੀ ਵੱਡੀ ਮਿਸਟੇਕ ਕਰਦੇ ਹਾਂ ਜੀ। ਵੇਖੋ ਜਿਹੜਾ ਜਨਮ ਸੰਸਕਾਰ ਦੇ ਵਿੱਚ ਹਰ ਸਿੱਖ ਦੇ ਬੱਚੇ ਨੂੰ, ਚਲੋ ਜੇ ਹੁਣ ਆਪਾਂ ਪਹਿਲਾਂ ਨਹੀਂ, ਜਿਵੇਂ ਮਰਿਆਦਾ ਤੇ ਇਹੋ ਸੀ ਜਨਮ ਲੈਂਦਿਆਂ ਸਾਰ, ਪਰ ਜੇ ਹੁਣ ਆਪਾਂ ਹਸਪੀਟਲ 'ਚੋਂ ਆਏ ਹਾਂ, ਚਲੋ ਜਿਸ ਦਿਨ ਵੀ ਤੁਹਾਡਾ ਟਾਈਮ ਲੱਗਦਾ ਉਹ ਕਰਕੇ ਜਿੰਨਾ ਛੇਤੀ ਹੋ ਸਕੇ ਅੰਮ੍ਰਿਤਧਾਰੀ ਸਿੰਘ ਨਿਤਨੇਮੀ ਹੋਵੇ। ਇਹ ਗੱਲ ਜ਼ਰੂਰੀ ਨਾ, ਜ਼ਰੂਰੀ ਹੋਵੇ। ਮੈਂ ਕਿਹਾ ਜੀਵਨ ਵਾਲਾ ਸਿੰਘ, ਭਾਵੇਂ ਉਹ ਜੀਵਨ ਵਾਲਾ ਸਿੰਘ ਘਰ ਵਿੱਚ ਨਿਤਨੇਮੀ ਹੋਵੇ ਤੇ ਚਾਹੇ ਗ੍ਰੰਥੀ ਹੋਵੇ, ਪਰ ਮੈਨੂੰ ਇੱਕ ਗੱਲ ਮਾਫ ਕਰ ਦਿਓ, ਅੱਜ 50% ਗ੍ਰੰਥੀ ਜਾਂ ਰਾਗੀ ਨਿਤਨੇਮ ਨਹੀਂ ਜੇ ਕਰਦੇ। ਕਿਉਂ ਮੈਂ ਗਲਤ ਨਹੀਂ? ਬਿਲਕੁਲ ਸਹੀ ਹੈ ਜੀ। ਨਿਤਨੇਮੀ ਸਿੰਘ ਹੋਣਾ ਚਾਹੀਦਾ ਤੇ ਉਹ ਇਹ ਕੰਮ ਕਰੇ। ਬਸ ਸੁਰਬਲੋ ਦੇ ਬਾਟੇ 'ਚ 2-3 ਪਤਾਸੇ ਪਾ ਕੇ, ਥੋੜਾ ਜਿਹਾ ਜਲ ਪਾ ਕੇ, ਵੀਰ ਆਸਣ ਬਹਿ ਕੇ, ਜਪਜੀ ਸਾਹਿਬ ਦਾ ਪਾਠ ਕਰਕੇ, ਸ੍ਰੀ ਸਾਹਿਬ ਦੀ ਨੋਕ ਨਾਲ ਬੱਚੇ ਤੇ ਬੱਚੀ ਦੀ ਮਾਤਾ ਦਾ ਕੇਸੀ ਇਸ਼ਨਾਨ ਕੀਤਾ ਹੋਵੇ। ਸੋ ਸ੍ਰੀ ਸਾਹਿਬ ਦੀ ਨੋਕ ਨਾਲ 5 ਬੂੰਦਾਂ ਪਾਉਣੀਆਂ, ਨਾਲ ਦੀ ਨਾਲ 5 ਵਾਰੀ ਫਤਿਹ ਬੁਲਾਵੇ, ਫਤਿਹ ਦਾ ਜਵਾਬ ਉਹਦੀ ਮਾਤਾ ਦੇਵੇ ਤੇ ਆਏ ਹੁਕਮਨਾਮੇ ਦੇ ਪਹਿਲੇ ਅੱਖਰ ਤੋਂ ਬੱਚੇ ਦਾ ਨਾਮ ਤਜਵੀਜ਼ ਕਰਨਾ, ਇਹ ਗੁਰਮਤਿ ਹੈ। ਠੀਕ ਹੈ ਜੀ। ਜੇ ਨਹੀਂ ਆਪਾਂ ਗੁਰਦੁਆਰੇ ਜਾ ਸਕਦੇ, ਹਰ ਘਰ ਵਿੱਚ ਦਰਬਾਰ ਸਾਹਿਬ ਦਾ ਹੁਕਮਨਾਮਾ ਤੁਸੀਂ ਸੁਣ ਸਕਦੇ ਹੋ। ਆਏ ਪਹਿਲੇ ਅੱਜ ਬੱਚੇ ਨੇ ਜਨਮ ਲਿਆ, ਕਿਹੜਾ ਸੱਚਖੰਡ ਤੋਂ ਹੁਕਮਨਾਮਾ ਆਇਆ, ਇਹ ਮਿਸਟੇਕ ਨਾ ਕਰਿਆ ਕਰੋ। ਸਭ ਤੋਂ ਵੱਡੀ ਸਾਡੀ ਇਹ ਗਲਤੀ ਹੈ। ਤੁਸੀਂ ਕੀ ਕਹਿਣਾ ਚਾਹੋਗੇ? ਤੁਹਾਡਾ ਪਰਿਵਾਰ ਅੰਮ੍ਰਿਤਧਾਰੀ ਸੀ, ਤੁਸੀਂ ਇਹ ਕਿਰਿਆ ਕੀਤੀ ਸੀ? ਹਾਂਜੀ ਜੀ। ਅੱਛਾ, ਯਾਦ ਤੁਹਾਨੂੰ ਕਿਵੇਂ ਦੱਸਦੇ ਆ? ਸਾਡੇ ਪਹਿਲਾਂ ਤੋਂ ਹੀ ਚੱਲਿਆ, ਤੁਹਾਡਾ ਨਾਮ ਵੀ ਗੁਰੂ ਗ੍ਰੰਥ ਸਾਹਿਬ ਤੋਂ ਰੱਖਿਆ ਗਿਆ। ਹਾਂਜੀ ਜੀ। ਤੁਸੀਂ ਕੀ ਕਹਿਣਾ ਚਾਹੋਗੇ? ਬਸ ਜੀ ਮਹਾਰਾਜ ਦੀ ਕਿਰਪਾ ਨਾਲ ਹੀ ਸਾਰਾ ਕੁਝ ਐਨ ਕਿਰਪਾ ਹੀ ਆ, ਬਾਰੇ ਕਹਿ ਹੀ ਨਹੀਂ ਸਕਦਾ, ਬਿਆਨ ਹੀ ਨਹੀਂ ਕਰ ਸਕਦਾ। ਤੇ ਇਹ ਅਸੀਂ ਗਾਂ ਵੀ ਜਦੋਂ ਹੁਣ ਮੁਹੱਲੇ ਵਿੱਚ ਸੀਗਾ, ਮੈਂ ਅਸੀਂ ਪਹਿਲੇ ਸਾਡੇ ਪਰਿਵਾਰ ਸਾਨੂੰ ਸਿੰਘਾਂ ਦੇ ਹੀ ਕਹਿੰਦੇ ਸੀ। ਹੁਣ ਤੁਹਾਡੇ ਵੀ ਬੱਚੇ? ਅੱਛਾ, ਤੁਹਾਡਾ ਨਾਂ ਹੀ ਰੱਖੇ ਸਿੰਘਾਂ ਦੇ? ਹਾਂਜੀ, ਉਹ ਪਰਿਵਾਰ ਮੁਹੱਲੇ ਗੱਲੇ ਵਿੱਚ ਨਾ ਉਹ ਸਿੰਘਾਂ ਨੇ ਉਹਨਾਂ ਨੂੰ ਲਿਆ। ਪਿੰਡਾਂ 'ਚ ਨਾਂ ਵੀ ਉਹੋ ਜਿਹਾ ਹੀ ਪੈ ਜਾਂਦਾ ਵੀ ਇਹ ਕਾਲੀਆਂ ਦੇ ਘਰ ਆ ਜੀ, ਸਿੰਘਾਂ ਦੇ ਘਰ। ਤੇ ਸਾਡੇ ਪਿੰਡ ਉਹ ਸਿੰਘ ਸੀ, ਪੁਰਾਣੇ ਬਜ਼ੁਰਗ ਸੀ, ਉਹਨਾਂ ਨੂੰ ਕੱਛਾ ਵਾਲੇ ਕਹਿੰਦੇ ਸੀ। ਉਹ ਕਸ਼ਹਿਰੇ ਬਣ ਜਾਂਦੀ ਪਿੰਡ ਵਿੱਚ, ਕੁਦਰਤੀ ਨਾਂ ਹੀ ਉਹੋ ਜਿਹਾ ਰੱਖ ਦਿੰਦੇ ਨੇ। ਹੁਣ ਆਪਾਂ ਪਰਮਜੀਤ ਸਿੰਘ ਜੀ ਇਸ ਤੋਂ ਅੱਗੇ ਚੱਲੀਏ। ਵਿਦਿਆ ਸੰਸਕਾਰ। ਵਿਦਿਆ ਸੰਸਕਾਰ ਤੋਂ ਭਾਵ ਇਹ ਹੈ ਵੀ ਬਹੁ ਗੁਣੀ ਇਲਾਵਾ ਸੁੱਤ ਨਾ ਪੜਾਵੇ ਸੋ ਸ਼ਤਰੂ ਸਮਤਾਤ। ਬੱਚਿਆਂ ਨੂੰ ਪੜਾਓ, ਡਾਕਟਰ ਵਕੀਲ ਬਣਾਓ, ਪਰ ਜਿਹੜੇ ਮਾਤਾ ਪਿਤਾ ਬੱਚਿਆਂ ਨੂੰ ਗੁਰਮਤਿ ਦੀ ਵਿਦਿਆ ਨਹੀਂ ਦਿੰਦੇ, ਉਹ ਸ਼ਤਰੂ ਭਾਵ ਮਾਂ ਪਿਓ ਦੁਸ਼ਮਣ ਨੇ ਬੱਚਿਆਂ ਦੇ। ਕੀ ਕਹਿਣਾ ਚਾਹੋਗੇ ਜੀ? ਮਹਾਰਾਜ ਕਹਿੰਦੇ ਆ ਮਨ ਸਮਝਾਉਣ ਕਾਰਣੇ ਕਛੁਕ ਪੜ੍ਹੀਏ ਗਿਆਨ। ਹਾਂਜੀ, ਗਿਆਨ ਨੌਲੇਜ ਨੂੰ ਕਿਹਾ ਜਾਂਦਾ। ਠੀਕ ਹੈ। ਕਈ ਸਕੂਲਾਂ ਨੇ ਤਾਂ ਮੈਂ ਦੇਖਿਆ ਆਪਣੇ ਜਿਹੜੇ ਲੋਗੋ ਆ ਜਾਂ ਲੋਗੋ ਤਿਆਰ ਕੀਤੇ ਨਾ, ਉਹਦੇ ਵਿੱਚ ਲਿਖਿਆ ਹੁੰਦਾ ਨੌਲੇਜ ਇਜ਼ ਪਾਵਰ, ਵੀ ਗਿਆਨ ਹੀ ਇੱਕ ਵੱਡੀ ਤਾਕਤ ਆ। ਤੇ ਉਹਦੇ ਲਈ ਗੁਰੂ ਸਾਹਿਬਾਂ ਦੇ ਸਮੇਂ ਤੋਂ ਵੀ ਪਹਿਲੋਂ ਵੀ, ਕਿਉਂਕਿ ਗੁਰੂ ਨਾਨਕ ਮਹਾਰਾਜ ਜੀ ਦੀ ਜਦੋਂ ਗੱਲ ਆਉਂਦੀ ਆ ਤੇ ਕਹਿੰਦੇ ਵੀ ਜਦੋਂ ਉਹ ਪੜ੍ਹਨ ਦੇ ਲਾਇਕ ਹੋਏ ਤਾਂ ਉਹਨਾਂ ਦੇ ਪਿਤਾ ਜੀ ਪੜ੍ਹਨ ਦੇ ਲਈ ਉਹਨਾਂ ਨੂੰ ਉੱਥੇ ਉਸ ਸਮੇਂ ਧਰਮਸ਼ਾਲਾ ਜਾਂ ਜਿਹੜੇ ਉਸ ਸਮੇਂ ਮੁੱਲਾ ਜੀ ਆਪਾਂ ਥੋੜਾ ਜਿਹਾ ਸ਼ਾਰਟ ਵਿੱਚ ਰਹਿਣਾ। ਹਾਂਜੀ, ਬੱਚਿਆਂ ਨੂੰ ਜਿੱਥੇ ਵਿਦਿਆ ਪੜਾਉਣੀ, ਗੁਰਮਤਿ ਦੀ ਵਿਦਿਆ ਅੱਜ ਗੁਰਦੁਆਰੇ ਲਿਜਾਣਾ, ਪੰਜਾਬੀ ਪੜਾਉਣੀ ਜਾਂ ਗੁਰਮਤਿ ਕੈਂਪ ਲਾਉਣੇ ਕਿੰਨੀ ਜ਼ਰੂਰੀ ਨੇ। ਬੱਚਾ ਤਾਂ ਜੋ ਪਹਿਲਾਂ ਤੋਂ ਗੁਰਮਤਿ ਨਾਲ ਜੁੜੇ, ਕਿੰਨਾ ਜ਼ਰੂਰੀ ਆਪਣੀ ਮਾਂ ਬੋਲੀ ਨਾਲ ਜੁੜੇ। ਪਹਿਲੀ ਤਾਂ ਗੱਲ ਇਹ ਆ ਵੀ ਜਦੋਂ ਵਿਦਿਆ ਸੰਸਕਾਰ ਦੀ ਆਰੰਭਤਾ ਕਰਨੀ ਨਾ, ਬੱਚੇ ਨੂੰ ਆਪਾਂ ਪੜ੍ਹਨ ਦੇ ਲਈ ਭੇਜਣਾ ਆ, ਪਹਿਲੋਂ ਸਭ ਤੋਂ ਪਹਿਲਾਂ ਗੁਰੂ ਘਰ ਜਾ ਕਰਕੇ ਗੁਰਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਉਹ ਤਾਂ ਸਿੱਖ ਨੇ ਹਰ ਕੰਮ ਕਰਨ ਲੱਗੇ ਪਹਿਲਾਂ ਅਰਦਾਸ ਕਰਨੀ ਹੈ ਨਾ। ਠੀਕ ਹੈ। ਫਿਰ ਉਹਦਾ ਮਾਤਾ ਪਿਤਾ ਦਾ ਫਰਜ਼ ਬਣਦਾ ਆ ਵੀ ਜਿੱਥੇ ਉਹ ਅੱਜ ਕੱਲ ਪਹਿਲ ਦਿੰਦੇ ਆ ਵੀ ਸਕੂਲ ਦੀ ਪੜ੍ਹਾਈ ਜ਼ਰੂਰੀ ਆ, ਉੱਥੇ ਵੀ ਪਹਿਲ ਦੇਣੀ ਚਾਹੀਦੀ ਆ ਵੀ ਸਾਨੂੰ ਗੁਰਮਤਿ ਦੀ ਪੜ੍ਹਾਈ ਵੀ ਜ਼ਰੂਰੀ ਆ। ਹਾਂ, ਮਾਂ ਬੋਲੀ ਵੀ ਜ਼ਰੂਰੀ। ਅੱਜ ਬਹੁਤ ਇਹਨਾਂ ਦੇਸ਼ਾਂ ਵਿੱਚ ਬੱਚੇ ਆ ਪਰਮਜੀਤ ਸਿੰਘ ਜੀ ਜਿਨ੍ਹਾਂ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ, ਇੰਗਲਿਸ਼ੋਂ ਗੱਲ ਕਰਦੇ ਆ। ਇੰਡੀਆ ਵਿੱਚ ਨਹੀਂ ਆਉਂਦੀ ਜੀ, ਮੈਂ ਨਹੀਂ ਆਉਂਦੀ ਇਸ ਵਾਰ। ਅੱਛਾ, ਸਕੂਲ ਦੇ ਵਿੱਚ ਉੱਥੇ ਇੱਕ ਬੱਚਾ ਸੀਗਾ ਤੇ ਉਹ ਬੱਚਾ ਵਿਚਾਰਾ ਰੋਂਦਾ ਘਰੇ ਆਇਆ ਕਿ ਮੈਂ ਪੰਜਾਬੀ ਬੋਲੀ ਸੀ, ਟੀਚਰ ਨੇ ਮੈਨੂੰ ਕੁੱਟਿਆ। ਸੋ ਇਸ ਵਾਸਤੇ ਬਹੁਤ ਜ਼ਰੂਰੀ ਹੈ ਆਪਣੀ ਮਾਂ ਬੋਲੀ ਨਾਲ ਬੱਚਿਆਂ ਨੂੰ ਜੋੜ ਕੇ ਰੱਖਣਾ। ਘਰ ਵਿੱਚ ਪੰਜਾਬੀ ਵਿੱਚ ਗੱਲ ਕਰੋ, ਇਹਨਾਂ ਨੂੰ ਆਪਣੀ ਮਾਂ ਬੋਲੀ ਆਉਣੀ ਚਾਹੀਦੀ ਹੈ। ਸੋ ਇਸ ਵਾਸਤੇ ਬਹੁਤ ਜ਼ਰੂਰੀ ਉਹਨਾਂ ਨੂੰ ਗੁਰਮਤਿ ਦੀ ਵਿਦਿਆ, ਬੱਚਿਆਂ ਨੂੰ 10 ਪਾਤਸ਼ਾਹੀਆਂ ਨਾਮ, 5 ਪਿਆਰੇ, 4 ਸਾਹਿਬਜ਼ਾਦਿਆਂ ਨੇ ਵੱਧ ਤੋਂ ਵੱਧ ਪਹਿਲਾਂ ਬਾਣੀ ਨਾਲ ਉਹਨਾਂ ਨੂੰ ਜੋੜਿਆ ਜਾਵੇ। ਜਿਹਨਾਂ ਨੂੰ ਗੁਰਮੁਖੀ ਨਹੀਂ ਪੜ੍ਹਨੀ ਆਉਂਦੀ, ਮੇਰੇ ਹਿਸਾਬ ਨਾਲ ਉਹ ਗੁਰੂ ਗ੍ਰੰਥ ਸਾਹਿਬ ਦੀ ਸ਼ੁੱਧ ਪਾਠ ਨਹੀਂ ਕਰ ਸਕਦੇ। ਨਹੀਂ ਕਰ ਸਕਦੇ, ਬਿਲਕੁਲ ਨਹੀਂ। ਇੱਥੋਂ ਦੇ ਬਹੁਤੇ ਬੱਚੇ ਊੜਾ ਨਹੀਂ ਬੋਲ ਸਕਦੇ, ਕੋਈ ਡਾੜਾ ਅੱਖਰ ਹੈ ਨਹੀਂ ਇੰਗਲਿਸ਼ ਵਿੱਚ। ਊੜਾ, ਐਰਾ, ਈਰੀ, ਉਹ ਇਉਂ ਬੋਲ ਥੋੜਾ ਡਾੜਾ ਬੋਲ ਨਹੀਂ ਸਕਦੇ, ਕਿਉਂ ਹੈ ਨਹੀਂ। ਇਸ ਵਾਸਤੇ ਬਹੁਤ ਜ਼ਰੂਰੀ ਹੈ, ਮਤਲਬ ਕਿ ਉਹਨਾਂ ਨੂੰ ਗੁਰਮਤਿ ਦੀ ਵਿਦਿਆ ਦੇਣੀ ਅਤਿਅੰਤ ਜ਼ਰੂਰੀ, ਦੂਜੀ ਪੜ੍ਹਾਈ ਦੇ ਨਾਲ। ਤੇ ਇਸ ਦੇ ਨਾਲ ਫਿਰ ਜਿਹੜਾ ਹੈਗਾ ਅੰਮ੍ਰਿਤ ਸੰਸਕਾਰ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਵੀ ਬੱਚਿਆਂ ਨੂੰ ਪਹਿਲਾਂ ਤਾਂ ਹੋ ਗਿਆ ਨਾ ਵੀ ਉਹਨਾਂ ਨੂੰ ਜਨਮ ਸੰਸਕਾਰ ਤਾਂ ਅਸੀਂ ਕਰਤਾ, ਉਹਨਾਂ ਨੂੰ ਅੰਮ੍ਰਿਤ ਦੀ ਗੁੜਤੀ ਦੇ ਦਿੱਤੀ, ਫਿਰ ਉਹਨਾਂ ਨੂੰ ਅੰਮ੍ਰਿਤ ਛਕਾਉਣਾ ਜਦੋਂ 10-11 ਸਾਲ ਦੇ ਹੋ ਜਾਣ, ਰਹਿਤ ਰੱਖਣੋਂ ਯੋਗ ਹੋ ਜਾਣ, ਤੇ ਇਸ ਬਾਰੇ ਫਿਰ ਉਹਨਾਂ ਨੂੰ ਅੰਮ੍ਰਿਤ ਛਕਾਉਣਾ ਜੇ ਮਾਤਾ ਪਿਤਾ। ਹਰੇਕ ਮਾਤਾ ਪਿਤਾ ਦਾ ਇਹ ਫਰਜ਼ ਬਣਦਾ, ਕਿਉਂਕਿ ਉਦੋਂ ਜਿਹੜਾ ਨਾ ਜਦੋਂ ਕਹਿੰਦੇ ਹੁੰਦੇ ਆ ਸਮਾਂ ਲੰਘ ਜਵੇ
ਉਹ ਇੱਕ ਕਹਾਣ ਪਾਉਂਦੇ ਹੁੰਦੇ, ਮੁਹਾਵਰਾ ਜਿਹਾ ਪੰਜਾਬੀ ਦਾ, ਵੇਲੇ ਦਾ ਰਾਗ ਤੇ ਕਵੇਲੇ ਦੀਆਂ ਟੱਕਰਾਂ। ਉਹਦਾ ਕਹਿਣ ਦਾ ਭਾਵ ਇਹ ਵੀ ਸਮਾਂ ਬੱਚੇ ਦਾ ਹੁੰਦਾ, ਉਹ ਸਮਾਂ 11-12 ਸਾਲ ਦਾ, ਜਿੱਦਾਂ ਉਹ ਸਾਡੇ ਕਹਿਣੇ ਵਿੱਚ ਹੁੰਦਾ, ਕਹਿਣੇ ਵਿੱਚ ਹੁੰਦਾ। ਉਸ ਤੋਂ ਬਾਅਦ ਤੁਸੀਂ ਕਹੋਗੇ ਉਹਨੇ ਆਖੇ ਨਹੀਂ ਲੱਗਣਾ, ਕਵੇਲਾ ਹੋ ਜਾਂਦਾ ਨਾ ਕਹਿਣੇ ਵਿੱਚ, ਉਹਨਾਂ ਚ ਟੈਣੀ ਨੂੰ ਮੋੜ ਲਓ, ਟੈਣ ਨਹੀਂ ਮੁੜੇਗਾ, ਫਿਰ ਕਵੇਲਾ ਹੋ ਜਾਂਦਾ ਨਾ ਜੀ। ਤੇ ਉਹ ਸਮੇਂ ਜ਼ਰੂਰੀ ਆ ਵੀ ਬੱਚੇ ਨੂੰ ਅੰਮ੍ਰਿਤ ਸੰਸਕਾਰ ਦੇ ਵਿੱਚ ਲਿਆ ਕੇ ਅੰਮ੍ਰਿਤ ਸੰਚਾਰ ਕਰਾਇਆ ਜਾਵੇ, ਅੰਮ੍ਰਿਤ ਸੰਚਾਰ ਜਿੱਥੇ ਹੁੰਦਾ ਉੱਥੇ ਲਿਜਾਇਆ ਜਾਵੇ ਬੱਚੇ ਨੂੰ ਤੇ ਅੰਮ੍ਰਿਤ ਛਕਾਇਆ ਜਾਵੇ। ਅੰਮ੍ਰਿਤ ਛਕਣ ਤੋਂ ਪਹਿਲੋਂ ਵੀ ਜੇ ਸਾਡੇ ਘਰ ਦੇ ਵਿੱਚ ਜੇ ਕੋਈ ਕਰਿਆਤ ਹੁੰਦੀ, ਬੱਚਾ ਬੜੀ ਛੇਤੀ ਧਾਰਨ ਕਰਦਾ, ਤੇ ਕਰਿਆਤ ਸਾਡੇ ਘਰ ਦੇ ਵਿੱਚ ਵੀ ਨਹੀਂ ਹੋਣੀ ਚਾਹੀਦੀ। ਰਹਿਤ ਤਾਂ ਉਦੋਂ ਹੀ ਸਿੱਖ ਜਾਂਦਾ, ਜਦੋਂ ਕਈ ਜਣੇ ਕਹਿੰਦੇ ਨਾ ਰਹਿਤ ਨਹੀਂ ਰੱਖੀ ਜਾਂਦੀ। ਜੇ ਸਾਡੇ ਮਾਂ ਬਾਪ ਜਿਹੜੇ ਆ ਉਹ ਰਹਿਤ ਰੱਖਦੇ ਹੋਣਗੇ ਤੇ ਬੱਚੇ ਨੇ ਆਪੇ ਹੀ ਰਹਿਤ ਰੱਖਣੀ ਆ, ਉਹਨੂੰ ਦੱਸਣ ਦੀ ਲੋੜ ਹੀ ਨਹੀਂ ਪੈਂਦੀ। ਫਿਰ ਬਹੁਤ ਬੱਚੇ ਐਸੇ ਨੇ ਜਿਨ੍ਹਾਂ ਨੂੰ ਦਾਸ ਨੇ ਬੇਨਤੀ ਕਰਕੇ ਅੰਮ੍ਰਿਤ ਛਕਾਇਆ। ਅੱਜ ਉਹਨਾਂ ਬੱਚਿਆਂ ਨੇ ਆਪਣੇ ਪੇਰੈਂਟਸ ਨੂੰ ਅੰਮ੍ਰਿਤ ਛਕਾਇਆ। ਉਹ ਕਹਿੰਦੇ ਤੁਹਾਡੇ ਕੱਪੜੇ ਫ੍ਰਿਜ ਵਿੱਚ ਪਈ, ਇਹਨੂੰ ਕੱਢੋ ਮੀਟ ਸ਼ਰਾਬ ਨੂੰ, ਤੁਸੀਂ ਅੰਮ੍ਰਿਤ ਛਕੋ, ਕੇਸ ਰੱਖੋ। ਬੜੇ ਐਸੇ ਮਤਲਬ ਕਿ ਮਹਾਰਾਜ ਦੀ ਕਿਰਪਾ ਬਖਸ਼ਿਸ਼ ਹੋਈ। ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ, ਜਿੱਦਾਂ ਪਰਿਵਾਰ ਵਿੱਚ ਬੱਚੇ ਨੇ ਅੰਮ੍ਰਿਤ ਛਕਿਆ ਨਾ, ਬੱਚਾ ਇਸ ਪਾਸੇ ਨੂੰ ਲੱਗਾ, ਆਟੋਮੈਟਿਕਲੀ ਮਾਪਿਆਂ ਨੂੰ ਚੇਂਜ ਹੋਣਾ ਪੈਂਦਾ। ਕਿਉਂਕਿ ਜਿੱਦਾਂ ਹੁਣ ਤੁਸੀਂ ਦੱਸਦੇ ਪਏ ਵੀ ਉਹ ਘਰ ਵਿੱਚ ਆਮ ਕਰਕੇ ਆਪਾਂ ਦੇਖਿਆ ਉਸੇ ਫਰੀਜ਼ਰ ਵਿੱਚ ਮੀਟ ਪਿਆ ਹੁੰਦਾ, ਕਿੰਨਾ ਪਿਆ ਹੁੰਦਾ, ਉਹ ਬੱਚੇ ਕਹਿੰਦੇ ਆ ਵੀ ਇਹ ਚੀਜ਼ ਮੈਂ ਨਹੀਂ ਕਰ ਸਕਦਾ। ਇਸ ਤੋਂ ਅੱਗੇ ਆਨੰਦ ਸੰਸਕਾਰ ਬਾਰੇ ਆਪਾਂ ਥੋੜੀ ਗੱਲ ਕਰ ਲਈਏ ਵੀ ਕੀ ਕਹਿਣਾ ਚਾਹੋਗੇ ਆਨੰਦ ਸੰਸਕਾਰ ਬੱਚਿਆਂ ਦਾ? ਜੇ ਬੱਚੇ ਦਾ ਅੰਮ੍ਰਿਤ ਛਕਿਆ, ਬੱਚੀ ਅੰਮ੍ਰਿਤਧਾਰੀ ਹੋਣੀ ਚਾਹੀਦੀ, ਬੱਚੀ ਦਾ ਅੰਮ੍ਰਿਤ ਛਕਿਆ ਤੇ ਬੱਚਾ ਉਹ ਲੜਕਾ ਅੰਮ੍ਰਿਤਧਾਰੀ ਹੋਣਾ ਚਾਹੀਦਾ। ਇਹ ਜ਼ਰੂਰੀ ਆ, ਪਰ ਇਦਾਂ ਜ਼ਰੂਰ ਆ ਵੀ ਕਈ ਵਾਰੀ ਆਪਾਂ ਨਾ ਬੱਚੀਆਂ ਨੂੰ ਅੰਮ੍ਰਿਤ ਇਸ ਕਰਕੇ ਨਹੀਂ ਛਕਾਉਂਦੇ ਅੰਮ੍ਰਿਤ ਸੰਸਕਾਰ ਦਾ, ਉਹਨਾਂ ਦਾ ਵੀ ਜਦੋਂ ਸਮਾਂ ਆਉਂਦਾ ਬਈ ਮਾਂ-ਬਾਪ ਸੋਚਦੇ ਵੀ ਜੇ ਇਹਨੂੰ ਕਹਾਂ ਪਤਾ ਨਹੀਂ ਅੱਗੇ ਇਹ ਉਹਨਾਂ ਦੀ ਸੋਚਣੀ ਗਲਤ ਆ, ਬਿਲਕੁਲ ਗਲਤ ਆ। ਤੁਸੀਂ ਗੁਰੂ ਵਾਲੇ ਬਣ ਕੇ, ਗੁਰੂ ਨੂੰ ਫਿਕਰ ਹੋਊਗਾ। ਹੁਣ ਮੈਂ ਗਿਆ ਜਦੋਂ ਉੱਥੇ ਇੰਡੀਆ ਪ੍ਰੋਗਰਾਮ ਕੀਤਾ, 20 ਸਾਲ 21 ਸਾਲ ਦੀ ਲੜਕੀ ਮਜਬੀ ਸਿੰਘਾਂ ਦੀ, ਤੇ ਉਹ ਕਹਿੰਦੇ ਵਿਗਿਆਨੀ ਜੀ ਕਹਿੰਦੇ ਮੈਂ ਅੰਮ੍ਰਿਤ ਛਕਣਾ, ਮੈਂ ਜ਼ਰੂਰ ਛਕਾਓ। ਕਹਿੰਦੇ ਲੜਕਾ ਅੰਮ੍ਰਿਤਧਾਰੀ, ਮੈਂ ਕਿਹਾ ਤੁਹਾਨੂੰ ਥੋੜਾ ਫਿਰ ਗੁਰੂ ਨੂੰ ਫਿਕਰ ਹੋ ਜੂ। 1.5 ਮਹੀਨੇ ਬਾਅਦ ਮੈਂ ਇੰਡੀਆ ਗਿਆ, ਉਸ ਲੜਕੀ ਦਾ ਆਨੰਦ ਕਾਰਜ ਮੈਂ ਆਪ ਕਰਕੇ ਆਇਆ। ਰਾਗੀ ਸਿੰਘ ਬੜਾ ਵਧੀਆ, ਸਾਰਾ ਪਰਿਵਾਰ ਗੁਰਸਿੱਖ, ਮਹਾਰਾਜ ਆਪ ਕਿਰਪਾ ਕਰਦੇ ਨੇ। ਇਹ ਸਾਨੂੰ ਨਹੀਂ ਸੋਚਣਾ ਚਾਹੀਦਾ, ਗੁਰੂ ਨੂੰ ਫਿਕਰ ਹੋ ਜਾਂਦਾ ਤੇ ਗੁਰਮਤਿ ਅਨੁਸਾਰ ਆਨੰਦ ਸੰਸਕਾਰ ਕਰਨਾ ਚਾਹੀਦਾ। ਅੱਜ ਅਸੀਂ ਹਰ ਮਾਤਾ ਪਿਤਾ ਜਿਹੜਾ ਵੇਖ ਲਓ ਗੁਰੂ ਕੀ ਹਜ਼ੂਰੀ ਵਿੱਚ ਅਸੀਂ ਆਨੰਦ ਕਾਰਜ ਕਰਦੇ ਹਾਂ, ਪਰ ਅਸੀਂ ਬਹੁਤ ਮਿਸਟੇਕਾਂ ਗਲਤੀਆਂ ਕਰ ਦਿੰਦੇ ਹਾਂ। ਘੰਟੇ ਬਾਅਦ ਹੀ ਜਾ ਕੇ ਅਸੀਂ ਹੋਰ ਹੌਲਾਂ ਵਿੱਚ ਰੌਲਾ ਪਾਉਂਦੇ ਹਾਂ, ਕਰਦੇ ਹਾਂ, ਸ਼ਰਾਬਾਂ ਪੀਂਦੇ, ਫਿਰ ਦੁੱਖ ਭੋਗਦੇ ਹਾਂ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹ ਤਾਂ ਆਪਣੀ ਕਈ ਵਾਰੀ ਵਿਚਾਰ ਚੱਲਦੀ ਵੀ ਰਹਿੰਦੀ ਆ ਬਾਹਰ ਸੰਗਤਾਂ ਦੇ ਵਿੱਚ ਵੀ, ਬਈ ਉਹਨਾਂ ਅਸੀਂ ਨਾ ਦਾ ਸਮਾਂ ਜਿਹੜਾ ਮੇਨ ਪ੍ਰੋਗਰਾਮ ਹੁੰਦਾ ਆ, ਕਹਿਣ ਤੋਂ ਭਾਵ ਆਨੰਦ ਸੰਸਕਾਰ, ਉਹਨਾਂ ਸਮਾਂ ਨਾ ਤਾਂ ਅਸੀਂ ਗੁਰੂ ਘਰ ਨੂੰ ਦਿੰਦੇ ਹਾਂ ਤੇ ਨਾ ਹੀ ਉਹਨਾਂ ਪੈਸਾ ਇੱਧਰਲੇ ਪਾਸੇ ਖਰਚਿਆ ਜਾਂਦਾ ਜਿੰਨਾ ਪੈਸਾ ਗਲਤ ਪਾਸੇ ਖਰਚਿਆ ਜਾਂਦਾ, ਗਾਉਣ ਵਜਾਉਣ, ਪੈਲਸ, ਸ਼ਰਾਬ ਇਤਿਆਦਿਕ, ਤੇ ਨਾ ਹੀ ਇੱਧਰ ਸਮਾਂ ਉੱਧਰ ਜ਼ਿਆਦਾ ਦਿੱਤਾ ਜਾਂਦਾ ਜੇ ਗਲਤ ਪਾਸੇ। 2.5 ਘੰਟੇ ਦੇ ਪ੍ਰੋਗਰਾਮ, 3 ਘੰਟੇ ਦੇ ਗਾਉਣ ਵਾਲੀਆਂ ਲੱਗੀਆਂ, ਉਹ ਨੱਚ ਰਹੇ ਆ ਸਟੇਜਾਂ ਦੇ ਉੱਤੇ, ਥੱਲੇ ਸਾਡੀਆਂ ਧੀਆਂ ਭੈਣਾਂ ਨੱਚਦੀਆਂ। ਅੱਜ ਕੱਲ੍ਹ ਤਾਂ ਹੋਰ ਹੀ ਰਿਵਾਜ ਚੱਲ ਪਿਆ, ਉਹ ਉੱਪਰ ਨੱਚ ਰਹੀਆਂ ਤੇ ਕਈ ਵਾਰੀ ਉੱਪਰ ਵੀ ਚੜ ਜਾਂਦੀਆਂ ਧੀਆਂ ਭੈਣਾਂ ਵੀ ਤੇ ਮੁੰਡੇ ਵੀ, ਨੌਜਵਾਨ ਵੀ। ਕੀ ਕਹਿਣਾ ਚਾਹੋਗੇ ਤੁਸੀਂ ਬਲਵਿੰਦਰ ਸਿੰਘ ਜੀ? ਇਹ ਤੇ ਜੀ ਲੱਚਰਵਾਦ ਹੈ, ਬਹੁਤ ਗਲਤ ਹੋ ਰਿਹਾ ਨਾ, ਬਹੁਤ ਗਲਤ ਹੋ ਰਿਹਾ, ਕਿਉਂਕਿ ਗੁਰਬਾਣੀ ਦੇ ਬਿਲਕੁਲ ਹੀ ਵਿਰੁੱਧ ਇਹ ਗੱਲਾਂ ਅੱਜ ਕੱਲ ਆਪਾਂ ਦੇਖਦੇ ਹਾਂ। ਉਹ ਆਪਾਂ ਸੱਦਿਆ ਜਾਂਦਾ ਆਨੰਦ ਕਰਦੇ ਤੇ ਸਾਰੀ ਜਿਹੜੀ ਮੈਰਿਜ ਪੈਲਸ ਗੁਰੂ ਕੀ ਹਜ਼ੂਰੀ ਵਿੱਚ ਤਾਂ ਕੋਈ ਜਾਂਦਾ ਹੀ ਨਹੀਂ। ਗਿਣਤੀ ਦੇ ਖਾਸ ਰਿਸ਼ਤੇਦਾਰ ਸੱਦਿਆ ਤਾਂ ਗਿਆ ਸੀਗਾ, ਆਨੰਦ ਕਰਦੇ ਤੇ ਆਨੰਦ ਕਰਦੇ ਤਾਂ ਕੋਈ ਗਿਆ ਹੀ ਨਹੀਂ ਗਿਆ ਜੀ। ਤੇ ਉਲਟਾ ਉੱਥੇ ਜਾ ਕੇ ਜਿਹੜੇ ਪਰਿਵਾਰ ਦੇ ਮੈਂਬਰ ਜਿਨ੍ਹਾਂ ਦੇ ਜਿੱਦਾਂ ਵਿਆਹ ਦਾ ਕਾਰਜ ਹੁੰਦਾ, ਉਹ ਗ੍ਰੰਥੀ ਸਿੰਘਾਂ ਨੂੰ ਜਾ ਕੇ ਕਹਿੰਦੇ ਵੀ 2 ਮਿੰਟ ਹੀ ਲਾਇਓ, ਜਲਦੀ ਤੋਂ ਜਲਦੀ। ਅੱਛਾ, ਗ੍ਰੰਥੀ ਸਿੰਘਾਂ ਨੂੰ ਤਾਂ ਛੇਤੀ ਹੋਣਾ ਚਾਹੀਦਾ ਤੇ ਸਭ ਤੋਂ ਘੱਟ ਉਹਨਾਂ ਨੂੰ ਮਾਇਆ ਦੇ ਨਹੀਂ, ਗਾਉਣ ਵਜਾਉਣ ਵਾਲੇ ਸੱਦ ਕੇ ਤੇ ਲੱਖਾਂ ਦੇ ਹਿਸਾਬ ਨਾਲ ਬਰਬਾਦ ਕੀਤਾ ਜਾਂਦਾ। ਤੇ ਯਾਦ ਰੱਖਿਓ, ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ, ਸਾਥ ਪਾਏ ਕੁਹਾੜਾ ਮਾਰਿਆ ਗਾਫਲਾ ਪਿਆ। ਦੁੱਖ ਵੀ ਅਸੀਂ ਭੋਗਦੇ ਹਾਂ, ਕਿਉਂ ਜੀ? ਫਿਰ ਅਸੀਂ ਦੁੱਖ ਦਾ ਕਾਰਨ ਅੱਜ ਕੱਲ ਦੇਖ ਰਹੇ ਹਾਂ ਤਲਾਕ ਦੇ ਤਾਦਾਦ ਕਿੰਨੀ ਵੱਧ ਗਈ ਹੈ। ਹਾਂ, ਇਸੇ ਕਰਕੇ ਵੱਧ ਗਈ, ਕਿਉਂਕਿ ਐਜੂਕੇਸ਼ਨ ਨਹੀਂ ਹੈਗੀ ਆਪਣਾ। ਹਮੇਸ਼ਾ ਕੋਈ ਨੁਕਸਾਨ ਹੁੰਦਾ, ਕੋਈ ਦੁੱਖ ਆਇਆ, ਉਹਦੇ ਪਿੱਛੇ ਕੋਈ ਕਾਰਨ ਹੈ, ਸੋਚਿਆ ਕਰੋ ਵੀ ਅਸੀਂ ਕੋਈ ਮਿਸਟੇਕ ਤਾਂ ਨਹੀਂ ਕੀਤੀ, ਗਲਤੀ ਤਾਂ ਨਹੀਂ ਕੀਤੀ। ਠੀਕ ਹੈ, ਸਾਨੂੰ ਮਹਾਰਾਜ ਦਾ ਹੁਕਮ ਹੈ ਰਹਿਤਨਾਮੇ ਵਿੱਚ, ਕੰਨਿਆ ਦੇਵੈ ਸਿੱਖ ਕੋ ਲੇਵੈ ਨਾ ਕਿਛ ਦਾਮ, ਸੋਈ ਮੇਰਾ ਸਿੱਖ ਪਹੁੰਚੇ ਗੁਰ ਕੇ ਧਾਮ। ਕਦੀ ਭੁੱਲ ਨਾ ਕਰੋ ਵੀ ਖਣੀ ਜਿਹੜਾ ਬੰਦਾ ਦਾਜ ਮੰਗਣ ਵਾਲਾ ਭੁੱਖਾ ਹੈ ਨਾ, ਉਹਦੀ ਭੁੱਖ ਨਹੀਂ ਨਿਕਲੇਗੀ, ਉਹ ਮੰਗਦਾ ਹੀ ਰਹੇਗਾ। ਔਰ ਧੀ ਸਾਡੀ ਸੁਖੀ ਨਹੀਂ ਰਹਿ ਸਕਦੀ। ਮੰਗਣ ਵਾਲਿਓ ਤੁਹਾਨੂੰ ਵੀ ਦੇਣਾ ਪਊਗਾ।
ਸੋ ਮੰਗਣਾ ਇੱਕ ਰੱਬ ਤੋਂ ਮੰਗੀਏ, ਮਨੁੱਖ ਕੀ ਟੇਕ ਬਿਰਤੀ ਸਭ ਜਾਣ, ਦੇਵਨ ਕੋ ਏਕ ਭਗਵਾਨ। ਇੱਕ ਰੱਬ ਤੋਂ ਮੰਗਣਾ ਚਾਹੀਦਾ। ਜਿਹੜਾ ਬੰਦਾ ਪਹਿਲਾਂ ਮੰਗ ਰਿਹਾ ਨਾ ਉਹ ਮੰਗਦਾ ਹੀ ਰਹੇਗਾ, ਧੀ ਚੰਗੀ ਮਿਲ ਗਈ ਕੁੱਲ ਤਾਰ ਦੂਗੀ, ਠੀਕ ਹੈ ਨਾ। ਤੇ ਇਸ ਵਾਸਤੇ ਹੈ ਤਾਂ ਬਹੁਤ ਲੰਮਾ, ਵਿਸਤਾਰ ਵਿੱਚ ਨਾ ਜਾਈਏ ਕਿਉਂ ਸਮਾਂ ਵੀ ਜਿਹੜਾ ਨੇੜੇ ਆਉਂਦਾ ਜਾਂਦਾ। ਥੋੜਾ ਅੰਤਮ ਸੰਸਕਾਰ ਬਾਰੇ ਗੱਲ ਕਰ ਲਈਏ ਵੀ ਜਦੋਂ ਬੰਦਾ ਪੁਰਾਣੀ ਚੜ੍ਹਾਈ ਕਰ ਜਾਂਦਾ ਕੀ ਕਰਨਾ ਚਾਹੀਦਾ। ਦੇਖੋ ਜੀ, ਪਹਿਲੋਂ ਤਾਂ ਆਪਾਂ ਜਦੋਂ ਇਹ ਸੰਸਕਾਰਾਂ ਦੀ ਗੱਲ ਸ਼ੁਰੂ ਕੀਤੀ ਆ ਤੇ ਉਹਦੇ ਵਿੱਚ ਮਰਿਆਦਾ ਦੀ ਤਾਂ ਗੱਲ ਨਾਲ ਹੀ ਸ਼ੁਰੂ ਹੋ ਜਾਂਦੀ ਆ। ਤੇ ਆਨੰਦ ਸੰਸਕਾਰ ਤੋਂ ਪਹਿਲੋਂ ਜਿਹੜਾ ਅੰਮ੍ਰਿਤ ਸੰਸਕਾਰ ਹੋਇਆ ਉਹਦੇ ਵਿੱਚ ਮਰਿਆਦਾ ਦੱਸੀ ਜਾਂਦੀ ਹੈ ਤੇ ਉਹਦੇ ਵਿੱਚ ਹੀ ਫਿਰ ਅੰਤਮ ਸੰਸਕਾਰ ਬਾਰੇ ਵੀ ਦੱਸਿਆ ਜਾਂਦਾ। ਆਮ ਕਰਕੇ ਦੇਖਿਆ ਜਾਂਦਾ ਵੀ ਪਿੰਡਾਂ ਦੇ ਜਿਹੜੇ ਪੁੱਠੇ ਜਿਹੇ ਰਿਵਾਜ ਆ ਪਹਿਲੋਂ ਤੋਂ ਚੱਲਦੇ ਆਉਂਦੇ ਆ, ਉਹਨਾਂ ਰਿਵਾਜਾਂ ਦੇ ਅਨੁਸਾਰ ਹੀ ਗੁਰਮਤਿ ਦਾ ਧਾਰਨੀ ਕੋਈ ਵਿਰਲਾ ਹੀ ਹੋਇਆ ਕਰਦਾ ਉੱਥੇ। ਤੇ ਮੈਂ ਦੇਖਦਾ ਪਿੰਡਾਂ ਵਿੱਚ ਕਈ ਵਾਰੀ ਅੰਤਮ ਸੰਸਕਾਰ ਤੇ ਕਿਤੇ ਜਾਣਾ ਪੈਂਦਾ ਤੇ ਉੱਥੇ ਜਦੋਂ ਇਸ਼ਨਾਨ ਕਰਾਉਂਦੇ ਆ ਸਿੰਘ ਦਾ ਤੇ ਉਹ ਆਮ ਕਰਕੇ ਉਹ ਕਸ਼ਹਿਰਾ ਹੀ ਲਾ ਦਿੰਦੇ ਆ ਜਿੱਦਾਂ ਪਿੰਡਾਂ 'ਚ ਲਾਉਂਦੇ ਆ। ਤੇ ਅਸੀਂ ਕਈ ਵਾਰੀ ਇਹ ਗੱਲ ਨੂੰ ਟੋਕਿਆ ਵੀ ਕਸ਼ਹਿਰਾ ਨਹੀਂ ਲਿਥਣਾ ਚਾਹੀਦਾ, ਕਕਾਰ ਇਹਦੇ ਸਰੀਰ ਤੋਂ ਦੂਰ ਨਹੀਂ ਹੋਣੇ ਚਾਹੀਦੇ, ਬਲਕਿ ਜਿਸ ਤਰ੍ਹਾਂ ਉਹ ਆਪਣੇ ਜੀਵਨ ਦੇ ਵਿੱਚ ਆਪਣਾ ਇਸ਼ਨਾਨ ਕਰਦਾ ਸੀ ਉਸੇ ਤਰੀਕੇ ਨਾਲ ਉਹਦਾ ਇਸ਼ਨਾਨ ਹੋਣਾ ਚਾਹੀਦਾ। ਫਿਰ ਉਹਦੇ ਕੇਸ ਜਿਹੜੇ ਆ ਉਹ ਢਕੇ ਰਹਿਣ। ਤੇ ਮੈਂ ਇੱਕ ਗੱਲ ਜ਼ਰੂਰ ਵਿਸ਼ੇਸ਼ ਤੌਰ ਤੇ ਸੰਗਤਾਂ ਨੂੰ ਕਹਾਂਗਾ ਵੀ ਪਿੰਡਾਂ ਦੇ ਵਿੱਚ ਹੁਣ ਕਈ ਜਗ੍ਹਾ ਤਾਂ ਇੰਤਜ਼ਾਮ ਹੋਣ ਲੱਗ ਪਿਆ ਬਈ ਵਧੀਆ, ਜਿੱਦਾਂ ਇੱਥੇ ਸੰਸਕਾਰ ਕੀਤਾ ਜਾਂਦਾ ਉੱਦਾਂ ਹੀ ਕੀਤਾ ਜਾਂਦਾ। ਕਈ ਜਗ੍ਹਾ ਹਜੇ ਨਹੀਂ, ਪੁਰਾਣੇ ਪਿੰਡਾਂ ਦੇ ਵਿੱਚ ਉੱਥੇ ਲੱਕੜਾਂ ਜਾਂ ਲਾਈਆਂ ਜਾਂਦੀਆਂ ਤੇ ਨਾਲ ਕਈ ਪਿੰਡਾਂ ਵਾਲੇ ਦੇ ਲੋਕ ਪਾਥੀਆਂ ਵੀ ਲਾ ਦਿੰਦੇ ਆ ਗੋਬਰ, ਤੇ ਉਹ ਇੱਕ ਵਿਸ਼ਟਾ ਹੋਇਆ ਕਰਦੀ ਪਸ਼ੂਆਂ ਦੀ। ਗੁਰੂ ਕੇ ਸਿੰਘ ਦੇ ਸਰੀਰ ਨੂੰ ਇਹੋ ਜਿਹੀ ਵਿਸ਼ਟਾ ਜਿਹੜੀ ਕੇਸਾਂ ਨੂੰ ਲੱਗਣੀ ਬਹੁਤ ਗਲਤ ਗੱਲ ਆ। ਤੇ ਸੰਸਕਾਰ ਸਮੇਂ ਜਿਹੜੇ ਆਮ ਕਰਕੇ ਜਿਹੜੇ ਵਹਿਮ ਭਰਮ ਲਈ ਆਪਾਂ ਲੈ ਆਉਨੇ ਉਸ ਸਮੇਂ, ਆਖਰੀ ਸਮੇਂ ਪਿੰਡ ਭਰਾਓ ਜੀ ਇਹਦੇ ਆਲੇ ਦੁਆਲੇ ਉਹ ਸੰਸਕਾਰ ਹੋ ਜਾਊਗਾ, ਪਾਣੀ ਛੜਕੀ ਜਾਊਗੇ, ਤੌੜੀ ਭੰਨੂਗੇ, ਘੜੀ ਭੰਨਦੇ ਆ ਹਨਾ, ਇਹ ਸਭ ਕੁਝ ਇਹ ਮਨਮਤ ਆ ਸਾਰੀ। ਤੇ ਗੁਰਮਤਿ ਦੇ ਅਨੁਸਾਰ ਵੱਧ ਤੋਂ ਵੱਧ ਸਾਨੂੰ ਉਸ ਸਮੇਂ ਬਾਣੀ ਪੜ੍ਹਨੀ ਚਾਹੀਦੀ ਆ। ਕਈ ਵਾਰੀ ਕਈ ਘਰਾਂ ਦੇ ਵਿੱਚ ਜੇ ਕੋਈ ਇਨਸਾਨ ਚੜ੍ਹਾਈ ਕਰ ਜਾਂਦਾ ਤਾਂ ਉਹਨੂੰ ਮੰਜੇ ਤੋਂ ਥੱਲੇ ਲਾ ਕੇ ਰੱਖ ਦਿੰਦੇ ਆ, ਠੀਕ ਹੈ। ਤੇ ਇਹ ਵੀ ਨੇ ਉੱਥੇ ਵੀ ਬਾਣੀ ਦਾ ਪ੍ਰਵਾਹ ਚੱਲਣਾ ਚਾਹੀਦਾ। ਬਾਣੀ ਜਿੰਨਾ ਚਿਰ ਆਪਾਂ ਸਰੀਰ ਨਹੀਂ ਉਹਦਾ ਲੈ ਕੇ ਜਾਂਦੇ ਉਹਨਾਂ ਚਿਰ ਘਰ ਵੀ ਬਾਣੀ ਪੜ੍ਹੀ ਜਾਵੇ। ਰਸਤੇ ਵਿੱਚ ਜਾਂਦਿਆਂ ਵੀ ਉਸ ਗੁਰੂ ਗੁਰਦੇਵ ਪਾਤਸ਼ਾਹ ਜੀ ਦਾ ਬਾਣੀ ਪੜ੍ਹਦੇ ਹਾਂ ਧੰਨਵਾਦ ਕੀਤਾ ਜਾਵੇ ਤੇ ਨਾਲੇ ਬੇਨਤੀ ਕੀਤੀ ਜਾਵੇ ਸੱਚੇ ਪਾਤਸ਼ਾਹ ਆਪੋ ਆਪਣੇ ਮਨਾਂ 'ਚ ਕਰੀਏ ਮਹਾਰਾਜ ਇਹ ਗੁਰਸਿੱਖ ਜੇ ਆਪਣਾ ਜੀਵਨ ਸਵਾਰ ਕਰਕੇ ਚੱਲਿਆ, ਜੇ ਕਿਸੇ ਤਰ੍ਹਾਂ ਦੀ ਕੋਈ ਕਮੀ ਰਹਿ ਗਈ ਮਹਾਰਾਜ ਇਹਨੂੰ ਬਖਸ਼ ਲਿਓ ਆਪਣੇ ਚਰਨਾਂ ਦੇ ਵਿੱਚ। ਭਾਵ ਵੀ ਬਾਣੀ ਮੰਨ ਲਓ ਵੀ ਪਤਾ ਹੈ ਵੀ ਆਖਰੀ ਸਵਾਸਾਂ ਤੇ ਉਹਨੂੰ ਵੱਧ ਤੋਂ ਵੱਧ ਬਾਣੀ ਪੜ੍ਹਨੀ ਚਾਹੀਦੀ ਹੈ। ਮੈਂ 2003 ਦੀ ਤੁਹਾਨੂੰ ਗੱਲ ਸੁਣਾ ਸਕਦਾ। ਮੈਂ ਇੱਥੇ ਬੇਬੇ ਨਾਨਕੀ ਗੁਰਦੁਆਰਾ ਸੀ, ਰਾਤ ਨੂੰ 12 ਵਜੇ ਹਸਪੀਟਲ ਤੋਂ ਫੋਨ ਆਇਆ, ਬਹੁਤ ਜ਼ਿਆਦਾ ਤੜਫ ਰਿਹਾ। ਡਾਕਟਰ ਕਹਿੰਦੇ ਕੋਈ ਪਾਦਰੀ ਬੁਲਾਓ, ਕੋਈ ਪ੍ਰੀਸਟ ਬੁਲਾਓ। ਸੋ ਦਾਸ ਨੂੰ ਉੱਥੇ ਜਾਣ ਦਾ ਮੌਕਾ ਮਿਲਿਆ। ਉਹ ਵੀ ਉਸ ਟਾਈਮ ਤੇ ਕਹਿੰਦੇ ਵੀ ਹੁਣ ਰੱਬ ਹੀ ਜਿਹੜਾ ਇਹਨੂੰ ਬਚਾ ਸਕਦਾ। ਸੱਚ ਜਾਣਿਓ ਜਦੋਂ ਥੋੜਾ ਚਿਰ ਜਾ ਕੇ ਉੱਥੇ ਬਾਣੀ ਪੜ੍ਹੀ, ਜਪਜੀ ਸਾਹਿਬ ਪਾਠ ਅਰਦਾਸ ਕੀਤੀ ਤੇ ਉਹਨੇ ਚਿਰ ਜੋ ਸ਼ਾਂਤ ਹੋ ਗਿਆ, ਚੜ੍ਹਾਈ ਕਰ ਗਿਆ ਪ੍ਰਾਣੀ। ਔਰ ਉਹਨਾਂ ਨੇ ਬਹੁਤ ਥੈਂਕਸ ਕੀਤਾ। ਵੱਧ ਤੋਂ ਵੱਧ ਬਾਣੀ ਪੜ੍ਹਨੀ ਚਾਹੀਦੀ। ਪ੍ਰਾਣੀ ਦੇ ਚੜ੍ਹਾਈ ਕੀਤੀ ਉਹਦੇ ਬਾਅਦ ਇੱਕ ਸਿੰਘ ਸਰਾਣੇ ਵਾਲੇ ਪਾਸੇ ਖੜ ਕੇ ਜਪਜੀ ਸਾਹਿਬ ਦਾ ਪਾਠ ਕਰੇ, ਦੂਜੇ ਇਸ਼ਨਾਨ ਕਰਨ। ਜਦੋਂ ਚਿਖਾ ਵੀ ਚੰਦੇ ਆਪਾਂ ਇੰਡੀਆ ਵਿੱਚ ਵੀ ਜਾਂ ਆਪਾਂ ਲੈ ਕੇ ਜਾਂਦੇ ਸਾਨੂੰ ਉੱਥੇ ਵੀ ਜਪਜੀ ਸਾਹਿਬ ਦਾ ਪਾਠ ਕਰਨਾ, ਅਰਦਾਸ ਕਰਨੀ ਚਾਹੀਦੀ ਹੈ। ਕੀਰਤਨ ਸੋਹਲੇ ਦਾ ਪਾਠ ਕਰਨਾ ਉਸ ਟਾਈਮ ਤੇ ਪ੍ਰਾਣੀ ਦੇ ਅੰਤਮ ਸਮੇਂ ਕੀਤਾ ਜਾਂਦਾ ਹੈ। ਉਸੇ ਦਿਨ ਹੀ ਉਸੇ ਦਿਨ ਨਿਮਿਤ ਸਹਿਜ ਪਾਠ ਆਰੰਭ ਕਰ ਦਿਓ। ਹੋ ਸਕੇ ਉਹਦਾ 10ਵੇਂ ਦਿਨ ਭੋਗ ਪਾਉਣਾ ਚਾਹੀਦਾ, ਜਿਹੜੀ ਮਰਿਆਦਾ ਦੁਸਹਿਰਾ। ਸੋ ਇੱਥੇ ਆਪਾਂ ਛੇਤੀ ਕਈ ਵਾਰੀ ਕਰਦੇ ਹਾਂ, ਸਹਿਜ ਪਾਠ ਦਾ ਸਮਾਂ ਨਹੀਂ ਦਿੰਦੇ। ਹੱਥ ਜੋੜ ਕੇ ਬੇਨਤੀ ਹੈ, ਘੱਟੋ ਘੱਟ 6-7 ਦਿਨ ਹੋਣੇ ਚਾਹੀਦੇ ਸਹਿਜ ਪਾਠ ਕਰਾਉਣ ਨੂੰ। ਥੋੜਾ ਸਮਾਂ ਤਾਂ ਅਖੰਡ ਪਾਠ ਹੋਣਾ ਚਾਹੀਦਾ। ਤੇ ਆਮ ਸਾਡਾ ਮਤਲਬ ਕੋਈ ਨਹੀਂ ਜੀ ਅਸੀਂ ਕਰ ਦਿਆਂਗੇ, 4 ਦਿਨਾਂ 'ਚ ਵੀ ਹੋ ਜਾਂਦੇ, 3 ਦਿਨਾਂ 'ਚ ਵੀ ਨਹੀਂ ਹੋਣਾ ਚਾਹੀਦਾ। ਸੋ ਕੋਸ਼ਿਸ਼ ਹੋਣੀ ਚਾਹੀਦੀ ਵੀ ਉਹਦੇ 10 ਦਿਨ ਹੋ ਜਾਣ। ਸੋ ਉਸ ਹਿਸਾਬ ਨਾਲ ਹੋਣਾ ਚਾਹੀਦਾ ਵਾ, ਗੁਰਮਤਿ ਅਨੁਸਾਰ ਕਰਨਾ ਚਾਹੀਦਾ। ਬਾਕੀ ਜਿਹੜਾ ਮਨਮਤ ਹੈ ਕਿ ਸਾਡੀ ਭਾਂਡੇ ਦੇਣੇ, ਬਿਸਤਰੇ ਦੇਣੇ, ਜੇ ਤੁਸੀਂ ਕਹੋ ਪ੍ਰਾਣੀ ਨੂੰ ਪਹੁੰਚਦੇ ਨਹੀਂ, ਗੁਰਦੁਆਰੇ ਜਿਸ ਚੀਜ਼ ਦੀ ਲੋੜ ਹੈ ਗੁਰਦੁਆਰਿਆਂ ਨੂੰ ਪੁੱਛੋ, ਉਹ ਦੇ ਦਿਓ। ਕੜਾਈ ਦੀ ਲੋੜ ਹੈ ਉਹ ਦੇ ਦਿਓ, ਕਿਸੇ ਪਤੀਲੇ ਦੀ ਲੋੜ ਹੈ, ਕੋਈ ਭਾਂਡੇ ਦੀ ਲੋੜ ਹੈ। ਤੇ ਜਿਹੜੇ ਆਪਾਂ ਇਹ ਭਾਂਡੇ ਭੁੰਡੇ ਦਿੰਦੇ ਹਾਂ, ਗਿਆਨੀ ਜੀ ਕੀ ਇਹ ਦੇਣੇ ਚਾਹੀਦੇ ਨੇ? ਨਹੀਂ, ਇਹ ਤਾਂ ਇਸ ਹਿਸਾਬ ਨਾਲ ਲੋਕੀ ਦਿੰਦੇ ਆ ਵੀ ਉਹ ਪ੍ਰਾਣੀ ਨੂੰ ਅੱਗੇ ਲੋੜ ਪੈਣੀ ਆ ਜੀ। ਇਹ ਸਾਡੇ ਵਿੱਚ ਜਿਹੜਾ ਪਹਿਲਾ ਰਿਵਾਜ ਪਾਇਆ ਸੀ ਨਾ ਇਹਨਾਂ ਲੋਕਾਂ ਦਾ, ਜਿਹੜੇ ਸਾਨੂੰ ਲੁੱਟਦੇ ਰਹੇ ਨੇ। ਮੰਜਾ ਲੈ ਲੈਣਾ, ਮੰਜਾ ਪੂਰਾ ਉਣਨਾ ਨਹੀਂ, ਕਿਉਂ ਬਾਈਆਂ ਅੱਡ ਵੇਚ ਦਿੰਦੇ ਸੀ, ਵਾਣ ਖੋਲ ਕੇ ਫਿਰ ਅੱਡ ਵੇਚ ਦਿੰਦੇ ਸੀ ਤੇ ਉਹ ਪੂਰਾ ਉਣਨ ਵੀ ਨਹੀਂ ਸੀ ਦਿੰਦੇ। ਇਹ ਸਭ ਮਨਮਤ ਹੈ, ਉੱਥੇ ਨਹੀਂ ਦਿੰਦਾ। ਜਿਹੜੀ ਚੀਜ਼ ਦੀ ਲੋੜ ਹੈ ਉਹ ਦਿਓ ਗੁਰਦੁਆਰੇ। ਬਿਲਕੁਲ
ठीक है, बिल्कुल बिल्कुल जिहड़ी लोड़ है लोड़ ਉਹ ਦਿੱਤੀ ਜਾਵੇ ਜਾਂ ਫਿਰ ਕਿਸੇ ਗਰੀਬ ਦੀ ਮੇਰੇ ਹਿਸਾਬ ਨਾਲ ਤਾਂ ਕਿਸੇ ਦੀ ਮਦਦ ਕੀਤੀ ਜਾਵੇ ਕਿਸੇ ਤਰੀਕੇ ਨਾਲ ਉਹਦਾ ਜੀਵਨ ਉੱਚਾ ਚੱਕ ਕੇ ਉਹਨੂੰ ਵੀ ਗੁਰਸਿੱਖ ਸਜਾਇਆ ਜਾਵੇ ਠੀਕ ਹੈ ਤੇ ਉਹ ਤਾਂ ਜ਼ਿਆਦਾ ਵਧੀਆ ਹੋ ਜਾਊਗਾ। ਤੇ ਬਾਕੀ ਆਖਰ ਵਿੱਚ ਸਹੀ ਗੱਲ ਤਾਂ ਇਹੋ ਜੀਵਤ ਪਿੱਤਰ ਨਾ ਮਾਨੇ ਕੋ ਮੂਹੇ ਸਰਾਧ ਕਰਾਈ ਮਰਿਆਂ ਦੇ ਮਗਰੋਂ ਜੋ ਮਰਜ਼ੀ ਕਰ ਲਿਓ ਜਿਉਂਦੇ ਮਾਤਾ ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ। ਜਿਹੜਾ ਬੰਦਾ ਜਿਉਂਦੇ ਮਾਤਾ ਪਿਤਾ ਦੀ ਸੇਵਾ ਨਹੀਂ ਕਰ ਰਿਹਾ ਯਾਦ ਰੱਖੋ ਤੁਹਾਡੀ ਵੀ ਨਹੀਂ ਹੋਣੀ। ਭਾਈ ਗੁਰਦਾਸ ਜੀ ਆਖਦੇ ਨੇ ਜਿੱਡਾ ਮਰਜ਼ੀ ਚੌਧਰੀ ਬਣ ਜਾਵੇ ਜਿੰਨਾ ਮਰਜ਼ੀ ਵੱਡਾ ਕੋਈ ਅਹੁਦੇ ਤੇ ਅੱਪੜ ਜਾਵੇ ਜਿੰਨਾ ਮਰਜ਼ੀ ਦਾਨ ਕਰ ਲਵੇ ਕੁਛ ਮਰਜ਼ੀ ਕਰਾ ਲਵੇ ਸੋ ਮਾਂ ਪਿਓ ਪਰ ਹਰ ਕਰੇ ਦਾਨ ਬੇਈਮਾਨ ਜਾਣ ਗਿਆ ਨਹੀਂ। ਮਾਂ ਪਿਓ ਦੀ ਸੇਵਾ ਨਹੀਂ ਕੀਤੀ ਦਾਨ ਕਰਦਾ ਤੇਰੇ ਨਾਲ ਵੱਡਾ ਬੇਈਮਾਨੀ ਕੋਈ ਨਹੀਂ। ਇਸ ਵਾਸਤੇ ਤੀਰਥਾਂ ਦੀ ਯਾਤਰਾ ਕਰ ਲਵੇ ਕੁਛ ਕਰ ਲਵੇ। ਸਭ ਤੋਂ ਪਹਿਲਾਂ ਸਿਆਣੇ ਆਖਿਆ ਕਰਦੇ ਸੀ ਜਿੰਨਾ ਮਾਂ ਪਿਓ ਘਰੇ ਆ ਉਹਨੂੰ ਤੀਰਥਾਂ ਤੇ ਜਾਣ ਦੀ ਲੋੜ ਕੀ ਕਹਿਣਾ ਚਾਹੋਗੇ? ਬਿਲਕੁਲ ਬਿਲਕੁਲ ਹਾਂਜੀ ਮਹਾਰਾਜ ਤੀਰਥਾਂ ਬਾਰੇ ਤਾਂ ਬਹੁਤ ਸੰਬੋਧਨ ਕਰਦੇ ਗੁਰਬਾਣੀ ਦੇ ਵਿੱਚ। ਨਹੀਂ ਆਪਾਂ ਮਾਤਾ ਪਿਤਾ ਦੀ ਸੇਵਾ ਬਾਰੇ ਗੱਲ ਕਰ ਰਹੇ ਮਾਤਾ ਪਿਤਾ ਦੀ ਸੇਵਾ ਨਹੀਂ ਮਾਤਾ ਪਿਤਾ ਦੀ ਤਾਂ ਜਿਉਂਦੇ ਦੀ ਸੇਵਾ ਕਰਨੀ ਚਾਹੀਦੀ ਹੈ। ਨਾਲ ਮਹਾਰਾਜ ਨੇ ਇਹ ਵੀ ਕਿਹਾ ਵੀ ਜਿਹੜਾ ਮਾਤਾ ਪਿਤਾ ਦੀ ਸੇਵਾ ਕਰਦਾ ਨਾ ਕਿਉਂਕਿ ਮਾਤਾ ਪਿਤਾ ਦੇ ਕਾਰਨ ਹੀ ਅਸੀਂ ਇਸ ਸੰਸਾਰ ਦੇ ਵਿੱਚ ਆਇਆ ਤੇ ਮਾਤਾ ਪਿਤਾ ਨੇ ਵਧੀਆ ਸੰਸਕਾਰ ਦਿੱਤੇ ਠੀਕ ਹੈ। ਤੇ ਜੇ ਹੁਣ ਉਹ ਮਾਤਾ ਪਿਤਾ ਦੀ ਸੇਵਾ ਨਾ ਕੀਤੀ ਤੇ ਬਾਹਰ ਲੋਕਾਂ ਦੇ ਵਿੱਚ ਆਪਣੀਆਂ ਵਿਚਾਰਾਂ ਦੱਸਦਾ ਵੀ ਰਿਹਾ ਵੀ ਏਦਾਂ ਕਰਨੀ ਚਾਹੀਦੀ ਓਦਾਂ ਕਰਨੀ ਚਾਹੀਦੀ ਆਪ ਕੀਤੀ ਨਾ ਤੇ ਉਹਦਾ ਪ੍ਰਾਪਤੀ ਕੀ ਹੋਊਗੀ ਇਨਸਾਨ ਨੂੰ? ਕੋਈ ਪ੍ਰਾਪਤੀ ਨਹੀਂ। ਸੋ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਦੱਸਿਆ ਮਾਤਾ ਪਿਤਾ ਦੀ ਸੇਵਾ ਕਰਦਿਆਂ ਹੋਇਆਂ ਸਾਨੂੰ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ। ਠੀਕ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਮੇਰੇ ਖਿਆਲ ਆ ਵੀ ਸਮੇਂ ਵੱਲੋਂ ਵੀ ਆਪਾਂ ਨੂੰ ਤੇ ਸੋ ਇਸ ਵਾਸਤੇ ਸਾਧ ਸੰਗਤ ਜੀ ਜਦ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀ ਜੇ ਅੰਮ੍ਰਿਤਧਾਰੀ ਉਸੇ ਤਰ੍ਹਾਂ ਇੱਕ ਪਹੁੰਚਾ ਲਾਉਣਾ ਇੱਕ ਪਾਉਣਾ ਕਕਾਰ ਵੀ ਨਾਲ ਹੋਣੇ ਚਾਹੀਦੇ ਨੇ। ਸੋ ਇਹ ਸਾਰਾ ਕੁਝ ਕਰਨਾ ਆਓ ਜਿਨ੍ਹਾਂ ਨੇ ਭਾਈ ਜੋ ਪ੍ਰੋਗਰਾਮ ਅੰਮ੍ਰਿਤ ਗੁਰ ਤੇ ਪਾਇਆ ਆਪ ਜੀ ਸਰਵਣ ਕਰ ਰਹੇ ਸੀ ਤੁਸੀਂ ਵੀ ਅੰਮ੍ਰਿਤ ਛਕਿਆ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ। ਅੰਮ੍ਰਿਤ ਛਕਣਾ ਕਿੰਨਾ ਜ਼ਰੂਰੀ ਆਪਾਂ ਵਿਚਾਰਾ ਕਰ ਰਹੇ ਸੀ ਹਰ ਸਿੱਖ ਨੂੰ ਛਕਣਾ ਚਾਹੀਦਾ ਜੀ। ਸੋ ਸਾਬਤ ਸੂਰਤ ਹੋਈ ਅੰਮ੍ਰਿਤ ਛਕ ਕੇ ਮਿਲੇ ਹੋਏ ਜੀਵਨ ਨੂੰ ਸਫਲ ਬਣਾਈਏ। ਕੀ ਮਿਲੇਗਾ? ਸਤਿਗੁਰ ਕੇ ਜਨਮ ਮੈਂ ਗਮਨ ਮਟਾਇਆ ਬੜਾ ਵੱਡਾ ਹੈ ਜੀ ਗੇੜ 84 ਦਾ ਗੁਰੂ ਵਾਲੇ ਬਣ ਜਾਵਾਂਗੇ ਤੇ ਇਹ ਕਟਿਆ ਜਾਵੇਗਾ ਦਰਗਾਹ ਚੋਂ ਜੜ ਹਰੀ ਹੋ ਜਾਵੇਗੀ। ਆਓ ਪਿਆਰਿਓ ਅੰਮ੍ਰਿਤ ਛਕ ਕੇ ਮਿਲੇ ਜੀਵਨ ਨੂੰ ਸਫਲ ਬਣਾ ਲਈਏ। ਆਪ ਜੀ ਦੇਖਦੇ ਰਹੋ ਅਕਾਲ ਚੈਨਲ ਸਾਡੇ ਤੋਂ ਤੁਹਾਡੇ ਨਾਲ ਵਿਚਾਰਾ ਕਰਦਾ ਏਕ ਨਹੀਂ ਅਨੇਕ ਭੁੱਲਾਂ ਹੋਈਆਂ ਹੋਣਗੀਆਂ। ਸੋ ਲੇਖੇ ਕਤੇ ਨਾ ਛੁੱਟੀਏ ਖਨ ਖਨ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਅਰਦਾਸ ਕਰਿਓ ਮਹਾਰਾਜ ਕਹਿਣੀ ਤੇ ਕਰਨੀ ਵਿੱਚ ਪੂਰੇ ਕਰਨ ਆਏ ਮਹਿਮਾਨਾਂ ਦਾ ਧੰਨਵਾਦ। ਤੁਸੀਂ ਦੇਖਦੇ ਰਹੋ ਅਕਾਲ ਚੈਨਲ 843 ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।